ਰਿਦ ਕਰ ਪਰਗਾਸ, ਰਿਦ ਕਰ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅਸੀਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੀ ਕਥਾ ਅਰਥਾਂ ਸਹਿਤ, ਪ੍ਰਮਾਣਾਂ ਸਹਿਤ, ਵਿਸ਼ਰਾਮਾਂ ਸਹਿਤ ਸਰਵਣ ਕਰ ਰਹੇ ਹਾਂ। ਇਸ ਵਿੱਚ ਅਸੀਂ ਗੁਰਬਾਣੀ ਦੇ ਅਰਥ ਵੀ ਸਮਝ ਰਹੇ ਹਾਂ ਅਤੇ ਇਸ ਦੀ ਸੰਥਿਆ ਵੀ ਇੱਕ ਤਰੀਕੇ ਨਾਲ ਲੈ ਰਹੇ ਹਾਂ। ਇਸ ਦੇ ਵਿੱਚ ਪ੍ਰਮਾਣ ਦੱਸੇ ਗਏ ਹਨ ਛੋਟੇ ਛੋਟੇ, ਅਤੇ ਗੁਰਬਾਣੀ ਦਾ ਉਚਾਰਨ ਦੱਸਿਆ ਗਿਆ। ਗੁਰਬਾਣੀ ਕਿਸ ਤਰ੍ਹਾਂ ਉਚਾਰਨ ਕਰਨੀ ਹੈ, ਕਿੱਥੇ ਵਿਸ਼ਰਾਮ ਲਾਉਣਾ ਹੈ। ਸੋ ਵਿਸ਼ਰਾਮਾਂ, ਪ੍ਰਮਾਣਾਂ ਅਤੇ ਅਰਥਾਂ ਦੇ ਸਹਿਤ ਆਪਾਂ ਬਾਣੀ ਪੜ੍ਹ ਰਹੇ ਹਾਂ। ਤਿੰਨ ਤਰ੍ਹਾਂ ਦੇ ਗੁਰਬਾਣੀ ਵਿੱਚ ਵਿਸ਼ਰਾਮ ਹੁੰਦੇ ਆ। ਤਾਂ ਅਲਪ ਵਿਸ਼ਰਾਮ, ਅਰਧ ਵਿਸ਼ਰਾਮ, ਸੰਪੂਰਨ ਵਿਸ਼ਰਾਮ। ਅਲਪ ਦਾ ਮਤਲਬ ਥੋੜ੍ਹਾ ਜਿਹਾ ਰੁਕਣਾ, ਅਰਧ ਦਾ ਮਤਲਬ ਥੋੜ੍ਹਾ ਜਿਹਾ ਜ਼ਿਆਦਾ ਰੁਕਣਾ ਪੰਗਤੀ ਦੇ ਵਿਚਾਲੇ ਕਰਕੇ। ਪੂਰਨ ਵਿਸ਼ਰਾਮ ਮਤਲਬ ਜਿਹੜੇ ਹਰ ਪੰਗਤੀ ਦੇ ਮਗਰਲੇ ਪਾਸੇ ਦੋ ਡੰਡੀਆਂ ਲੱਗੀਆਂ, ਉਹ ਪੂਰਨ ਵਿਸ਼ਰਾਮ ਹੁੰਦੇ ਆ। ਸੋ ਇਸ ਤਰ੍ਹਾਂ ਆਪਾਂ ਇੰਗਲਿਸ਼ ਦੇ ਵਿੱਚ ਇੱਦਾਂ ਕਹਿ ਸਕਦੇ ਹਾਂ, ਇਹ ਸ਼ਾਰਟ ਪੌਜ਼, ਇਹ ਸਲਾਈਟਲੀ ਲੌਂਗਰ ਪੌਜ਼ ਐਂਡ ਇਹ ਫੁੱਲ ਸਟਾਪ। ਸੋ ਹੁਣ ਤੱਕ ਆਪਾਂ ਜਪਜੀ ਸਾਹਿਬ ਜੀ ਦੀਆਂ 4 ਪੌੜੀਆਂ ਦੇ ਅਰਥ, ਸੰਥਿਆ, ਵਿਸ਼ਰਾਮਾਂ ਸਹਿਤ ਸਰਵਣ ਕਰ ਚੁੱਕੇ ਹਾਂ। ਅੱਜ ਆਪਾਂ 5ਵੀਂ ਪੌੜੀ ਦੇ ਅਰਥ ਵੀ ਕਰਾਂਗੇ ਅਤੇ ਵਿਸ਼ਰਾਮ ਵੀ ਦੱਸਾਂਗੇ ਵੀ ਕਿੱਥੇ ਕਿੱਥੇ ਵਿਸ਼ਰਾਮ ਲਾਉਣੇ ਹਨ ਅਤੇ ਇਹਦਾ ਕਿਵੇਂ ਕਿਵੇਂ ਉਚਾਰਨ ਕਰਨਾ। ਸੋ ਆਓ ਅੱਜ ਆਪਾਂ 5ਵੀਂ ਪੌੜੀ ਦੇ ਅਰਥ ਅਤੇ ਸੰਥਿਆ ਸ਼ੁਰੂ ਕਰਦੇ ਹਾਂ। ਥਾਪਿਆ ਨਾ ਜਾਏ, ਕੀਤਾ ਨਾ ਹੋਏ। ਇਸ ਪੰਗਤੀ ਦੇ ਵਿੱਚ ਇੱਕ ਵਿਸ਼ਰਾਮ ਆਉਂਦਾ, ਜਿਹਨੂੰ ਆਪਾਂ ਅਰਧ ਵਿਸ਼ਰਾਮ ਕਹਿੰਦੇ ਹਾਂ। ਥਾਪਿਆ ਨਾ ਜਾਏ, ਇੱਥੇ ਵਿਸ਼ਰਾਮ ਹੈ। ਕੀਤਾ ਨਾ ਹੋਏ, ਇਸ ਤਰ੍ਹਾਂ। ਇਸ ਦਾ ਤਕਰੀਬਨ ਜਿਹੜਾ ਉਚਾਰਨ ਆ ਉਹ ਸਾਰੇ ਸਹੀ ਕਰਦੇ ਆ, ਇਹਦੇ ਵਿੱਚ ਕੋਈ ਗੁੰਜਾਇਸ਼ ਨਹੀਂ ਹੈ ਵੀ ਮਿਸਟੇਕ ਹੋ ਜੇ ਜਾਂ ਗਲਤੀ ਹੋ ਜੇ। ਇਹਦਾ ਉਚਾਰਨ ਤਕਰੀਬਨ ਸਾਰੇ ਠੀਕ ਕਰਦੇ ਆ। ਥਾਪਿਆ ਨਾ ਜਾਏ, ਕੀਤਾ ਨਾ ਹੋਏ। ਸੋ ਇਸ ਦਾ ਅਰਥ ਹੈ ਕਿ ਜਗਤ ਦਾ ਮਾਲਕ ਵਾਹਿਗੁਰੂ ਸੰਸਾਰ ਦੇ ਸਭ ਤੋਂ ਉੱਚੇ ਉਸ ਸਥਾਨ ਉੱਪਰ ਬੈਠਾ ਹੈ ਜਿਸ ਸਥਾਨ ਉੱਤੇ, ਜਿਸ ਲੈਵਲ ਦੇ ਉੱਪਰ ਹੋਰ ਕੋਈ ਨਹੀਂ ਬੈਠਾ। ਅਤੇ ਜਿਸ ਸਥਾਨ ਦੇ ਉੱਪਰ ਪਰਮਾਤਮਾ ਬਿਰਾਜਮਾਨ ਹੈ, ਉੱਥੇ ਉਸ ਨੂੰ ਕਿਸੇ ਮਨੁੱਖ ਨੇ ਨਹੀਂ ਬਿਠਾਇਆ। ਉਹ ਆਪਣੇ ਆਪ ਵਿੱਚ ਹੈ ਅਤੇ ਪਹਿਲਾਂ ਤੋਂ ਹੀ ਉੱਥੇ ਬੈਠਾ ਹੋਇਆ। ਥਾਪਿਆ ਦਾ ਮਤਲਬ ਥਾਪਣਾ, ਸਥਾਪਨਾ ਕਰਨੀ। ਸੋ ਸਥਾਪਨਾ ਕਰਨੀ ਜਾਂ ਥਾਪਣਾ ਦਾ ਮਤਲਬ ਹੁੰਦਾ ਵੀ ਉਸਨੂੰ ਦੂਜਾ ਬੰਦਾ ਬਿਠਾ ਰਿਹਾ, ਥਾਪਣਾ ਦੇ ਰਿਹਾ ਜਾਂ ਬਿਠਾ ਰਿਹਾ। ਬਟ ਥਾਪਿਆ ਨਾ ਜਾਏ, ਉਸ ਨੂੰ ਕਿਸੇ ਨੇ ਥਾਪਿਆ ਨਹੀਂ, ਉਸ ਨੂੰ ਕਿਸੇ ਨੇ ਬਣਾਇਆ ਨਹੀਂ, ਉਸ ਨੂੰ ਕਿਸੇ ਨੇ ਬਿਠਾਇਆ ਨਹੀਂ। ਉਹ ਆਪਣੇ ਆਪ ਵਿੱਚ ਪਹਿਲਾਂ ਤੋਂ ਹੀ ਉੱਥੇ ਬੈਠਾ ਹੋਇਆ ਹੈ। ਅਤੇ ਕੀਤਾ ਨਾ ਹੋਏ ਤੋਂ ਭਾਵ ਹੈ ਕਿ ਉਸ ਨੂੰ ਦੂਜੀਆਂ ਚੀਜ਼ਾਂ ਵਾਂਗ ਕਿਸੇ ਨੇ ਨਹੀਂ ਬਣਾਇਆ। ਕੀਤਾ ਨਾ ਹੋਏ, ਕਿਸੇ ਨੇ ਕੀਤਾ ਨਹੀਂ, ਬਣਾਇਆ ਨਹੀਂ, ਉਹ ਆਪਣੇ ਆਪ ਤੋਂ ਹੀ ਬਣਿਆ ਹੈ। ਅੱਗੇ, ਆਪੇ ਆਪ ਨਿਰੰਜਨ ਸੋਏ। ਇਸ ਪੰਗਤੀ ਦੇ ਵਿੱਚ ਵੀ ਕੋਈ ਵਿਸ਼ਰਾਮ ਆਉਂਦਾ, ਆਪੇ ਆਪ ਵਿਸ਼ਰਾਮ, ਨਿਰੰਜਨ ਸੋਏ। ਹਾਂ, ਇੱਥੇ ਥੋੜ੍ਹੀ ਜਿਹੀ ਗੁੰਜਾਇਸ਼ ਹੈ ਵੀ ਅਸੀਂ ਗਲਤੀ ਕਰ ਜਾਂਦੇ ਹਾਂ। ਨਿਰੰਜਨ ਕਹਿੰਦੇ ਹਾਂ, ਨਿਰੰਜਨ,
ਨੰਨਾ ਲਾ ਕੇ ਫਿਰ ਰਾਰੇ ਨੂੰ ਸਿਹਾਰੀ ਉੱਤੇ ਟਿੱਪੀ ਜੱਜਾ ਨੰਨਾ ਨਰਿੰਜਨ, ਐਂ ਕਹਿੰਦੇ ਆ। ਸੋ ਜਿਹੜੀ ਸਿਹਾਰੀ ਉਹ ਨੰਨੇ ਨੂੰ ਲੱਗੀ ਹੋਈ ਹੈ, ਅਸੀਂ ਬੋਲਣਾ ਨਿਰੰਜਨ, 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 ਇੱਦਾਂ ਬੋਲਣਾ। ਨਿਰੰਜਨ ਸੋਏ ਆਪੇ ਆਪ, ਨਿਰੰਜਨ ਸੋਏ। ਸੋ ਇਸ ਤਰ੍ਹਾਂ ਨਿਰੰਜਨ ਅਤੇ ਨਿਰੰਜਨ ਦਾ ਅਰਥ ਭਾਵੇਂ ਇੱਕੋ ਹੀ ਬਣਦਾ ਹੈ, ਬਟ ਜਦੋਂ ਨਿਰੰਜਨ ਬੋਲਾਂਗੇ ਆਪਾਂ ਤਾਂ ਉਹ ਨਿਰੰਜਨ, ਨਿਰਅੰਜਨ ਅਰਥ ਬਣੂਗਾ ਦਾ। ਨਿਰਅੰਜਨ, ਅੰਜਨ ਮੀਨਸ ਕਾਜਲ, ਸੁਰਮਾ। ਨਿਰ ਮਤਲਬ ਉਹ ਉਸ ਕਾਜਲ ਸੁਰਮੇ ਵਾਲੀ ਕਾਲਖ ਤੋਂ ਰਹਿਤ, ਕਾਲਖ ਤੋਂ ਰਹਿਤ, ਨਿਰ ਰਹਿਤ, ਅੰਜਨ ਕਾਲਖ, ਕਾਲਖ ਤੋਂ ਰਹਿਤ। ਆਪੇ ਆਪ ਨਿਰੰਜਨ ਸੋਏ, ਇਸ ਦਾ ਅਰਥ ਹੈ ਵੀ ਉਹ ਵਾਹਿਗੁਰੂ ਆਪਣੇ ਆਪ ਤੋਂ ਬਣਿਆ ਹੈ, ਜੋ ਕਾਲਖ ਅਤੇ ਦੋਸ਼ਾਂ ਤੋਂ ਰਹਿਤ ਹੈ। ਅਗਲੀ ਪੰਗਤੀ, ਜਿਨ ਸੇਵਿਆ ਤਿਨ ਪਾਇਆ ਮਾਨ। ਇਸ ਪੰਗਤੀ ਵਿੱਚ ਵੀ ਇੱਕੋ ਹੀ ਵਿਸ਼ਰਾਮ ਆਉਂਦਾ ਹੈ। ਜਿਨ ਸੇਵਿਆ ਵਿਸ਼ਰਾਮ, ਤਿਨ ਪਾਇਆ ਮਾਨ। ਇਸ ਤਰ੍ਹਾਂ ਇਹਦੇ ਵਿੱਚ ਉਚਾਰਨ ਸਾਰੇ ਤਕਰੀਬਨ ਸਹੀ ਕਰਦੇ ਆ, ਅਸੀਂ ਸਾਰੇ ਇਹਦਾ ਸਹੀ ਉਚਾਰਨ ਕਰਦੇ ਹਾਂ। ਸੋ ਇਸ ਦਾ ਪੰਕਤੀ ਦਾ ਅਰਥ ਹੈ ਜਿਨ ਸੇਵਿਆ ਤਿਨ ਪਾਇਆ ਮਾਨ। ਇੰਨਾ ਵੀ ਜਿਹੜਾ ਤਿੰਨ ਹੈ ਉਹ ਥੋੜ੍ਹਾ ਜਿਹਾ ਪੋਲਾ ਜਿਹਾ ਬੋਲਣਾ, ਤਿੰਨ ਨਹੀਂ ਕਹਿਣਾ, ਤਿੰਨ, ਤਿੰਨ ਪਾਇਆ ਮਾਨ। ਤਿੰਨ ਦਾ ਮਤਲਬ ਹੋ ਗਿਆ ਤਿੰਨ, 1 2 3। ਜਦੋਂ ਤਿੰਨ ਬੋਲਾਂਗੇ ਤਿੰਨ, ਫਿਰ ਮਤਲਬ ਅਰਥ ਬਣੂਗਾ ਉਹਨਾਂ, ਜਿਨ੍ਹਾਂ ਨੇ ਸੇਵਿਆ ਉਹਨਾਂ ਨੇ ਮਾਣ ਪਾਇਆ। ਜਿਨ ਸੇਵਿਆ ਤਿਨ ਪਾਇਆ ਮਾਨ, ਇਸ ਦਾ ਅਰਥ ਹੈ ਕਿ ਜਿਨ੍ਹਾਂ ਗੁਰਮੁਖਾਂ ਨੇ ਸਤਿਗੁਰਾਂ ਦੀ ਸੇਵਾ ਅਤੇ ਵਾਹਿਗੁਰੂ ਦਾ ਸਿਮਰਨ ਕੀਤਾ ਹੈ, ਉਹਨਾਂ ਨੇ ਹੀ ਜਗਤ ਵਿੱਚ ਮਾਣ ਅਤੇ ਵਡਿਆਈਆਂ ਪਾਈਆਂ ਹਨ। ਅਗਲੀ ਪੰਗਤੀ, ਨਾਨਕ ਗਾਵੀਐ ਗੁਣੀ ਨਿਧਾਨ। ਇਸ ਪੰਗਤੀ ਦੇ ਵਿੱਚ ਵੀ ਇੱਕੋ ਹੀ ਵਿਸ਼ਰਾਮ ਹੈ, ਨਾਨਕ ਗਾਵੀਐ ਵਿਸ਼ਰਾਮ, ਗੁਣੀ ਨਿਧਾਨ। ਇਸ ਤਰ੍ਹਾਂ ਹਾਂ, ਇੱਥੇ ਹੁੰਦਾ ਵੀ ਕਈ ਵਾਰੀ ਅਸੀਂ ਇਸ ਤਰ੍ਹਾਂ ਪੜ੍ਹ ਦਿੰਦੇ ਹਾਂ, ਨਾਨਕ 'ਤੇ ਰੁਕ ਜਾਂਦੇ ਹਾਂ, ਨਾਨਕ ਗਾਵੀਐ ਗੁਣੀ ਨਿਧਾਨ। ਇੱਦਾਂ ਨਹੀਂ, ਗੁਰੂ ਨਾਨਕ ਦੇਵ ਜੀ ਆਪਣੇ ਆਪ ਨੂੰ ਕਹਿੰਦੇ ਵੀ ਹੇ ਨਾਨਕ ਗਾਓ, ਗਾਉਣਾ ਕਰੋ। ਕਿਹਨੂੰ ਗਾਉਣਾ ਕਰੋ? ਗੁਣੀ ਨਿਧਾਨ, ਜੋ ਗੁਣਾਂ ਦਾ ਖਜ਼ਾਨਾ ਵਾਹਿਗੁਰੂ ਹੈ। ਇਸ ਤਰ੍ਹਾਂ ਗਾਵੀਏ 'ਤੇ ਰੁਕਣਾ ਪੈਣਾ ਸਾਨੂੰ, ਨਾਨਕ 'ਤੇ ਨਹੀਂ ਰੁਕਣਾ। ਗਾਵੀਏ 'ਤੇ ਵਿਸ਼ਰਾਮ ਲਾਵਾਂਗੇ। ਨਾਨਕ ਗਾਵੀਏ ਗੁਣੀ ਨਿਧਾਨ। ਇਸ ਦਾ ਅਰਥ ਹੈ ਕਿ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਹੇ ਜੀਵ, ਉਸ ਵਾਹਿਗੁਰੂ ਦਾ ਜਸ ਗਾਉਣਾ ਕਰੋ ਜੋ ਗੁਣਾਂ ਅਤੇ ਬਖਸ਼ਿਸ਼ਾਂ ਦਾ ਖਜ਼ਾਨਾ ਹੈ। ਅਗਲੀ ਪੰਗਤੀ, ਗਾਵੀਐ ਸੁਣੀਐ ਮਨ ਰੱਖੀਐ ਭਾਓ। ਸੋ ਇਸ ਪੰਗਤੀ ਦੇ ਵਿੱਚ ਵੀ ਇੱਕੋ ਹੀ ਵਿਸ਼ਰਾਮ ਹੈ, ਗਾਵੀਐ ਸੁਣੀਐ ਵਿਸ਼ਰਾਮ, ਮਨ ਰੱਖੀਐ ਭਾਓ। ਸੋ ਇਹਦਾ ਤਕਰੀਬਨ ਅਸੀਂ ਸਾਰੇ ਹੀ ਉਚਾਰਨ ਸਹੀ ਕਰਦੇ ਹਾਂ, ਇਹਦੇ 'ਚ ਗੁੰਜਾਇਸ਼ ਨਹੀਂ ਹੈ ਵੀ ਕੁਛ ਗਲਤ ਬੋਲਿਆ ਜਾਊ। ਸੋ ਇਸ ਪੰਗਤੀ ਦਾ ਅਰਥ ਹੈ ਮਨ ਵਿੱਚ ਪਿਆਰ ਰੱਖ ਕੇ ਵਾਹਿਗੁਰੂ ਦੇ ਗੁਣਾਂ ਨੂੰ ਗਾਓ, ਉਸ ਦੇ ਨਾਮ ਨੂੰ ਸੁਣੋ ਅਤੇ ਅਭਿਆਸ ਕਰੋ। ਪਰ ਅਗਿਆਨ ਨਾਲ ਭਰਿਆ ਹੋਇਆ ਮਨ ਜੀਵ ਨੂੰ ਉਸ ਪਾਸੇ ਲੱਗਣ ਨਹੀਂ ਦਿੰਦਾ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਵੀ ਗਾਵੀਐ ਸੁਣੀਐ। ਉਹਦੇ ਨਾਮ ਨੂੰ ਜੇ ਗਾਉਣਾ ਹੈ ਮਤਲਬ ਪੜ੍ਹਨਾ ਹੈ, ਜਪਣਾ ਹੈ, ਅਤੇ ਜੇ ਸੁਣਨਾ ਵੀ ਹੈ। ਗਾਉਣ ਵਾਲੇ ਵਾਸਤੇ ਵੀ ਗੁਰੂ ਜੀ ਨੇ ਕਿਹਾ ਅਤੇ ਸੁਣਨ ਵਾਲੇ ਵਾਸਤੇ ਵੀ ਆਖਿਆ ਕਿ ਮਨ ਦੇ ਵਿੱਚ ਭਾਵ ਮਤਲਬ ਪਿਆਰ ਰੱਖ ਕੇ ਗਾਓ ਅਤੇ ਮਨ ਵਿੱਚ ਪਿਆਰ ਰੱਖ ਕੇ ਹੀ ਸੁਣੋ। ਅਗਲੀ ਪੰਗਤੀ, ਦੁੱਖ ਪਰ ਹਰ
ਸੁਖ ਘਰ ਲੈ ਜਾਏ। ਇਸ ਤਰ੍ਹਾਂ ਇਸ ਪੰਕਤੀ ਦੇ ਵਿੱਚ ਵੀ ਇੱਕੋ ਹੀ ਵਿਸ਼ਰਾਮ ਹੈ, ਦੁੱਖ ਪਰ ਹਰ ਵਿਸ਼ਰਾਮ, ਸੁਖ ਘਰ ਲੈ ਜਾਏ। ਇਸ ਤਰ੍ਹਾਂ ਇਸ ਪੰਕਤੀ ਦਾ ਅਰਥ ਹੈ ਵੀ ਜੇ ਅਸੀਂ ਪਿਆਰ ਨਾਲ ਉਸ ਦਾ ਸਿਮਰਨ ਕਰਾਂਗੇ ਜਾਂ ਉਸ ਨੂੰ ਪਿਆਰ ਦੇ ਨਾਲ ਗਾਵਾਂ ਸੁਣਾਂਗੇ ਤਾਂ ਗੁਰੂ ਜੀ ਕਹਿੰਦੇ ਹਨ ਕਿ ਇਸ ਤਰ੍ਹਾਂ ਦੁੱਖ ਤਕਲੀਫਾਂ ਦਾ ਨਾਸ਼ ਕਰਕੇ ਖੁਸ਼ੀਆਂ ਅਤੇ ਆਨੰਦ ਆਪਣੇ ਘਰ ਲੈ ਜਾਵਾਂਗੇ, ਹੈ ਨਾ। ਜਿਵੇਂ ਸੰਗਤ ਵਿੱਚ ਅਸੀਂ ਜਾਂਦੇ ਹਾਂ ਤਾਂ ਜੇ ਉੱਥੇ ਬੈਠ ਕੇ ਪ੍ਰੇਮ ਦੇ ਨਾਲ, ਭਾਵ ਦੇ ਨਾਲ ਪ੍ਰਮਾਤਮਾ ਦਾ ਨਾਮ ਸੁਣਾਂਗੇ ਤਾਂ ਸਾਰੇ ਜਿਹੜੇ ਦੁੱਖ ਸਾਡੇ ਉੱਥੇ ਹੀ ਪਰਹਰ, ਉੱਥੇ ਹੀ ਖਤਮ ਹੋ ਜਾਣੇ ਆ, ਹਰ ਜਾਣਗੇ, ਹਟ ਜਾਣਗੇ, ਖਤਮ ਹੋ ਜਾਣਗੇ। ਅਤੇ ਉੱਥੋਂ ਸੰਗਤ ਦੇ ਵਿੱਚੋਂ ਅਸੀਂ ਆਪਣੇ ਘਰੇ ਸੁੱਖ ਲੈ ਕੇ ਆਵਾਂਗੇ, ਆਨੰਦ ਲੈ ਕੇ ਆਵਾਂਗੇ। ਦੇਖੋ ਨਾ, ਜਿਸ ਦਿਨ ਆਪਾਂ ਕੋਈ ਕੀਰਤਨ ਜਾਂ ਕਥਾ ਬੜੇ ਪ੍ਰੇਮ ਦੇ ਨਾਲ ਸੁਣਦੇ ਹਾਂ, ਮਨ ਵਿੱਚ ਪ੍ਰੇਮ ਧਾਰਨ ਕਰਕੇ ਸੁਣਦੇ, ਤਾਂ ਮਨ ਨੂੰ ਇੱਕ ਅਦੁੱਤੀ ਜਿਹੀ ਖੁਸ਼ੀ ਮਿਲਦੀ ਹੈ, ਇੱਕ ਅਜੀਬ ਜਿਹਾ ਆਨੰਦ ਆ ਜਾਂਦਾ ਸਾਡੇ ਅੰਦਰ। ਬਟ ਜਿਸ ਦਿਨ ਸਾਡੇ ਅੰਦਰ ਮਨ ਦਾ ਟਿਕਾਓ ਨਹੀਂ ਹੁੰਦਾ, ਮਨ ਕਰਕੇ ਸੰਗਤ ਨਹੀਂ ਸੁਣਦੇ, ਸ਼ਬਦ ਨਹੀਂ ਸੁਣਦੇ, ਕੀਰਤਨ ਨਹੀਂ ਸੁਣਦੇ, ਕਥਾ ਨਹੀਂ ਸੁਣਦੇ ਕੋਈ, ਆਪਾਂ ਉਸ ਦਿਨ ਜਿਵੇਂ ਮਨ ਦੇ ਵਿੱਚ ਉਹ ਆਨੰਦ ਨਹੀਂ ਬਣਦਾ। ਸੱਚੇ ਨਾਮ ਦਾ ਅਭਿਆਸ ਕਰਨ ਨਾਲ ਦੁੱਖਾਂ ਦੀ ਪੀੜ ਗਾਇਬ ਹੋ ਜਾਂਦੀ ਆ, ਪਰਮ ਸੁੱਖ ਹਿਰਦੇ ਵਿੱਚ ਸਮਾ ਜਾਏਗਾ, ਜਿਸ ਨਾਲ ਪੂਰੀ ਦੁਨੀਆ ਦਾ ਆਨੰਦ ਮਿਲਦਾ ਹੈ। ਅਗਲੀ ਪੰਕਤੀ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ। ਇਹ ਜਿਹੜੀ ਪੰਕਤੀ ਹੈ ਇਹਦੇ ਵਿੱਚ ਦੋ ਵਿਸ਼ਰਾਮ ਹੈ, ਇੱਕ ਤਾਂ ਨਾਦੰਗ 'ਤੇ ਰੁਕਣਾ ਆਪਾਂ, ਇੱਕ ਵੇਦੰਗ 'ਤੇ ਰੁਕਣਾ। ਗੁਰਮੁਖ ਨਾਦੰ ਵਿਸ਼ਰਾਮ, ਗੁਰਮੁਖ ਵੇਦੰ ਵਿਸ਼ਰਾਮ, ਗੁਰਮੁਖ ਰਿਹਾ ਸਮਾਈ। ਸੋ ਇਹਦਾ ਜਿਹੜਾ ਉਚਾਰਨ ਹੈ ਤਕਰੀਬਨ ਠੀਕ ਹੁੰਦਾ, ਬਟ ਜਿਹੜੇ ਪੰਜਾਬੀ ਦੀ ਗ੍ਰਾਮਰ ਨੂੰ ਜਾਂ ਪੰਜਾਬੀ ਦੇ ਮਾਤਰਾਵਾਂ ਜਿਹੜੀਆਂ ਹੁੰਦੀਆਂ ਕੰਨਾਂ ਸਹਿਰੀ ਬਹਿਰੀ ਉਹਨੂੰ ਚੰਗੀ ਤਰ੍ਹਾਂ ਨਹੀਂ ਸਮਝ ਸਕਦੇ, ਉਹਨਾਂ ਦੇ ਉਚਾਰਨ 'ਚ ਥੋੜ੍ਹਾ ਜਿਹਾ ਫਰਕ ਹੁੰਦਾ। ਗੁਰਮੁਖ ਨਾਦਨ ਗੁਰਮੁਖ ਵੇਦਨ ਕਰਦੇ ਹੁੰਦੇ, ਕਈ ਇੱਦਾਂ ਸੁਣਿਆ ਵੀ ਨਾਦਨ ਵੇਦਨ ਕਰੀ ਜਾਂਦੇ ਹੁੰਦੇ ਆ, ਹੈ ਨਾ। ਤਾਂ ਇੱਦਾਂ ਨਹੀਂ, ਇਹਦੀ ਨਾਦੰ ਜਿਹੜੀ ਟਿੱਪੀ ਆ ਉਹ ਐਨ ਜੀ ਦੀ ਸਾਊਂਡ ਕਰੂਗੀ, ਅੰਗ ਅੰਗ, ਐਨ ਜੀ ਅੰਗ, ਨਾਦੰ ਐਨ ਜੀ ਸਾਊਂਡ ਕਰਨਾ ਸੀ, ਐਨ ਜੀ। ਪੂਰਾ ਗੱਗਾ ਨਹੀਂ ਬੁਲਾਉਣਾ, ਪੰਜਾਬੀ ਦਾ ngੰਗਾ ਜਿਵੇਂ ਬੋਲਦੇ ਆਪਾਂ, ਹੈ ਨਾ, ਬਟ ਆਪਾਂ ਇੰਗਲਿਸ਼ 'ਚ ਸਮਝੋ ਵੀ ਐਨ ਜੀ ਸਾਊਂਡ ਕਰਨਾ ਹੈ। ਗੁਰਮੁਖ ਨਾਦੰ ਗੁਰਮੁਖ ਵੇਦੰ ਅੰਗ ਐਨ ਜੀ, ਕਰੈਕਟ। ਸੋ ਇਸ ਤਰ੍ਹਾਂ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ, ਇਸ ਤਰ੍ਹਾਂ ਇਹਦੇ ਵਿਸ਼ਰਾਮ ਹੈ ਅਤੇ ਇਸ ਤਰ੍ਹਾਂ ਉਚਾਰਨ ਕਰਨਾ। ਇਸ ਦਾ ਅਰਥ ਹੈ ਕਿ ਗੁਰਮੁਖ ਨਾਦੰ, ਗੁਰਮੁਖ ਨਾਦੰ ਦਾ ਅਰਥ ਹੈ ਨਾਮ ਰਸੀਏ ਗੁਰਮੁਖਾਂ ਦੇ ਬੋਲ ਨਾਦ ਵਾਂਗ ਮਿੱਠੇ ਅਤੇ ਰਸ ਵਾਲੇ ਹੁੰਦੇ ਆ। ਜਿਹੜੇ ਗੁਰਮੁਖ ਹੁੰਦੇ ਆ ਨਾਮ ਜਪਣ ਵਾਲੇ, ਉਹਨਾਂ ਦੀ ਬੋਲੀ ਬਹੁਤ ਮਿੱਠੀ ਹੁੰਦੀ ਹੈ, ਐਂ ਲੱਗਦਾ ਹੁੰਦਾ ਜਿਵੇਂ ਕਿਸੇ ਨੇ ਫਲੂਟ ਵਜਾਇਆ ਹੁੰਦਾ। ਜਦੋਂ ਗੁਰਮੁਖ ਬੋਲਦੇ ਕੰਨਾਂ 'ਚ ਰਸ ਭਰ ਜਾਂਦਾ। ਜੋ ਗੁਰੂ ਦੇ ਹੁਕਮਾਂ ਦੀ ਪਾਲਣਾ ਕਰਦੇ ਹਨ ਉਹਨਾਂ ਨੂੰ ਅਸੀਂ ਗੁਰਮੁਖ ਕਹਿੰਦੇ ਹਾਂ। ਸੋ ਉਹਨਾਂ ਦੇ ਬੋਲ ਬਹੁਤ ਮਿੱਠੇ ਅਤੇ ਰਸ ਵਾਲੇ ਹੁੰਦੇ ਆ। ਗੁਰਮੁਖ ਵੇਦੰ, ਇਸ ਦਾ ਅਰਥ ਹੈ ਕਿ ਨਾਮ ਰਸੀਏ ਗੁਰਮੁਖਾਂ ਦੇ ਬਚਨ ਵੇਦਾਂ ਦੇ ਗਿਆਨ ਵਾਂਗ ਹੁੰਦੇ ਹਨ, ਜਿਨ੍ਹਾਂ ਨੂੰ ਸੁਣ ਕੇ ਜੀਵ ਵਿੱਚ ਸਹਿਜੇ ਹੀ ਗਿਆਨ ਆ ਜਾਂਦਾ ਹੈ ਅਤੇ ਜੀਵਨ ਵਿੱਚ ਤਬਦੀਲੀ ਆ ਜਾਂਦੀ ਹੈ। ਗੁਰਮੁਖਾਂ ਦੇ ਬੋਲ ਵੇਦਾਂ ਵਰਗੇ ਹੁੰਦੇ ਆ, ਜਿਵੇਂ ਵੇਦਾਂ ਦਾ ਗਿਆਨ ਆ ਨਾ, ਜਾਂ ਗੁਰਬਾਣੀ ਦਾ ਗਿਆਨ ਆ। ਸੋ ਉਹ ਗੁਰਮੁਖ ਜਦੋਂ ਥੋੜ੍ਹਾ ਜਿਹਾ ਸ਼ਬਦ ਬੋਲਦੇ ਆ, ਥੋੜ੍ਹਾ ਕੋਈ ਬਚਨ ਕਰਦੇ ਸਾਨੂੰ, ਤਾਂ ਉਹਦੇ ਛੋਟੇ ਜਿਹੇ ਬਚਨ ਦੇ ਵਿੱਚ ਵੀ ਬਹੁਤ ਵੱਡਾ ਗਿਆਨ ਭਰਿਆ ਹੁੰਦਾ। ਅਤੇ ਉਹ ਇਸ ਤਰੀਕੇ ਨਾਲ ਗੱਲ ਕਰਦੇ ਆ
ਕਿ ਥੋੜ੍ਹੇ ਹੀ ਬਚਨਾਂ ਦੇ ਨਾਲ ਮਨੁੱਖ ਨੂੰ ਬਹੁਤ ਸਾਰੇ ਗਿਆਨ ਦੀਆਂ ਬਹੁਤ ਸਾਰੀਆਂ ਗੱਲਾਂ ਦੀ ਸਮਝ ਆ ਜਾਏ। ਇਸ ਤਰ੍ਹਾਂ ਉਹਨਾਂ ਦੇ ਬੋਲ ਹੁੰਦੇ ਆ, ਉਹ ਸ਼ਾਰਟ 'ਚ ਬੋਲਦੇ, ਤਾਈਆਂ ਤੋਂ ਜਿਹੜੇ ਗੁਰਮੁਖ ਉਹ ਘੱਟ ਬੋਲਦੇ ਆ। ਅਤੇ ਘੱਟ ਬੋਲਦੇ ਗੁਰਮੁਖ ਹੋਣ ਦਾ ਮਤਲਬ ਹੈ ਵੀ ਉਹ ਘੱਟ ਥੋੜ੍ਹੇ ਬਚਨਾਂ ਦੇ ਵਿੱਚ ਬਹੁਤ ਗਿਆਨ ਛੁਪਿਆ ਹੁੰਦਾ ਉਹਨਾਂ ਦਾ, ਵੇਦਾਂ ਦੇ ਗਿਆਨ ਵਰਗੀਆਂ ਗੱਲਾਂ ਹੁੰਦੀਆਂ ਉਹਨਾਂ ਦੀਆਂ। ਗੁਰਮੁਖ ਰਿਹਾ ਸਮਾਈ, ਇਸ ਦਾ ਅਰਥ ਹੈ ਵੀ ਗੁਰਮੁਖ ਗਿਆਨ ਰਾਹੀਂ, ਗੁਰਮੁਖ ਰਿਹਾ ਸਮਾਈ ਮਤਲਬ ਗੁਰਮੁਖ ਗਿਆਨ ਰਾਹੀਂ ਵਾਹਿਗੁਰੂ ਨੂੰ ਹਰ ਥਾਂ ਵਿਆਪਕ ਜਾਣਦਾ ਹੈ ਅਤੇ ਉਸ ਵਿੱਚ ਸਮਾਇਆ ਰਹਿੰਦਾ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਜਿਹੜਾ ਗੁਰਮੁਖ ਆ ਉਹ ਘਟ ਘਟ ਦੇ ਵਿੱਚ ਪਰਮਾਤਮਾ ਨੂੰ ਵਿਆਪਕ ਜਾਣਦਾ ਹੈ ਅਤੇ ਹਰ ਥਾਂ ਉਸ ਨੂੰ ਦੇਖਦਾ ਹੈ। ਇਸੇ ਤਰ੍ਹਾਂ ਗੁਰਮੁਖ ਦੇ ਮੁਖ ਵਿੱਚੋਂ ਨਿਕਲੇ ਬਚਨ ਨਾਦ ਦੇ ਸੰਗੀਤ ਵਾਂਗ ਮਿੱਠੇ ਅਤੇ ਵੇਦਾਂ ਦੇ ਗਿਆਨ ਵਾਂਗ ਜੀਵਨ ਨੂੰ ਬਦਲਣ ਵਾਲੇ ਹੁੰਦੇ ਆ। ਠੀਕ ਹੈ, ਅਗਲੀ ਪੰਗਤੀ ਚੱਲਦੇ ਆਪਾਂ। ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ। ਇਹ ਜਿਹੜੀ ਪੰਗਤੀ ਹੈ ਨਾ, ਇਸ ਦੇ ਵਿੱਚ 3 ਵਿਸ਼ਰਾਮ ਆਉਂਦੇ ਆ। ਸਾਰੇ ਗੁਰ ਨਾਲ ਜਿਹੜੇ ਲੱਗੇ ਹੋਏ ਆ, ਸਾਰਿਆਂ 3 ਸ਼ਬਦਾਂ ਦੇ ਨਾਲ ਗੁਰ ਲੱਗਿਆ ਹੋਇਆ, ਅਤੇ ਇੱਥੇ ਤਿੰਨਾਂ ਨੂੰ ਵਿਸ਼ਰਾਮ ਲਾ ਕੇ ਬੋਲਣਾ। ਇੱਦਾਂ ਨਹੀਂ ਪੜ੍ਹਨਾ ਕਾਲੀ ਕਾਲੀ ਨਾਲ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ, ਹੈ ਨਾ, ਇੱਦਾਂ ਨਹੀਂ। ਗੁਰ ਈਸਰ ਵਿਸ਼ਰਾਮ, ਗੁਰ ਗੋਰਖ ਵਿਸ਼ਰਾਮ, ਬਰਮਾ ਗੁਰ ਵਿਸ਼ਰਾਮ, ਪਾਰਬਤੀ ਮਾਈ, ਇਹਨੂੰ ਅਲੱਗ ਬੋਲਣਾ। ਕਈ ਜਿੱਦ ਕਰਦੇ ਆ ਜੀ, ਜਦੋਂ ਆਪਣੀ ਮਰਜ਼ੀ ਨਾਲ ਲਾ ਦਿੰਦੇ ਨਾ ਵਿਸ਼ਰਾਮ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ, ਫਿਰ ਉਹ ਜਿੱਦ ਕਰਨ ਲੱਗ ਜਾਂਦੇ, ਲੈ ਮਾਂ ਪਾਰਬਤੀ ਮਾਈ ਗੁਰੂ ਕਿਉਂ ਨਹੀਂ ਹੋ ਸਕਦੀ ਗੀ, ਇਸਤਰੀ ਗੁਰੂ ਕਿਉਂ ਨਹੀਂ ਹੋ ਸਕਦੀ ਗੀ। ਨਹੀਂ, ਇਸ ਤਰ੍ਹਾਂ ਨਹੀਂ ਹੈ। ਜਦੋਂ ਵਿਦਵਾਨ ਪੁਰਸ਼ਾਂ ਨੇ ਗੁਰਬਾਣੀ ਦੇ ਅਰਥ ਕੀਤੇ ਹੈ, ਗੁਰਬਾਣੀ ਨੂੰ ਸਮਝਿਆ, ਜਾਂ ਗੁਰੂ ਅਰਜਨ ਦੇਵ ਜੀ ਨੇ ਗੁਰਬਾਣੀ ਲਿਖੀ ਹੈ, ਗੁਰੂ ਨਾਨਕ ਦੇਵ ਜੀ ਨੇ ਉਚਾਰਨ ਕੀਤੀ ਹੈ, ਉਹ ਵਿਆਕਰਨ ਦੇ ਅਨੁਸਾਰ, ਅਤੇ ਉਹ ਬਹੁਤ ਹੀ ਵੇਦਾਂ ਸ਼ਾਸਤਰਾਂ ਦੀ ਡੀਪ ਗਿਆਨ ਡੂੰਘਾਈ ਨੂੰ, ਗਿਆਨ ਦੀ ਡੂੰਘਾਈ ਨੂੰ ਸਮਝ ਕੇ ਫਿਰ ਬਾਣੀ ਉਚਾਰਨ ਕੀਤੀ ਹੋਈ ਹੈ। ਹਰ ਪੱਖ ਤੋਂ, ਵੇਦਾਂ ਦੇ ਪੱਖ ਤੋਂ ਲੈ ਲਓ, ਸ਼ਾਸਤਰਾਂ ਦੇ ਪੱਖ ਤੋਂ ਲੈ ਲਓ, ਆਤਮਿਕ ਗਿਆਨ ਦੇ ਪੱਖ ਤੋਂ ਲੈ ਲਓ, ਰੱਬੀ ਗਿਆਨ ਦੇ ਪੱਖ ਤੋਂ ਲੈ ਲਓ, ਕਿਸੇ ਵੀ ਪੱਖ ਤੋਂ ਲਓ ਗੁਰਬਾਣੀ ਨੂੰ, ਕਿਸੇ ਵੀ ਐਂਗਲ ਤੋਂ ਪੜ੍ਹੋ, ਕਿਸੇ ਐਂਗਲ ਤੋਂ ਸੋਚੋ, ਕਿਸੇ ਵੀ ਐਂਗਲ ਤੋਂ ਦੇਖੋ, ਤੁਹਾਨੂੰ ਪੂਰੀ ਖਰੀ ਸਮਝ ਵਿੱਚ ਆਊਗੀ। ਹਰ ਗੱਲ 'ਤੇ ਖਰੀ ਉਤਰੂ, ਹਰ ਐਂਗਲ 'ਚ ਖਰੀ ਉਤਰੂਗੀ ਗੁਰਬਾਣੀ। ਇਸ ਤਰ੍ਹਾਂ ਸੋ ਇਹ ਪਾਰਬਤੀ ਮਾਈ ਵੱਖਰਾ ਹੈ, ਈਸਰ ਗੁਰ, ਬਰਮਾ ਗੁਰ, ਗੋਰਖ ਗੁਰ। ਇਸ ਤਰ੍ਹਾਂ ਗੁਰ ਈਸਰ ਵਿਸ਼ਰਾਮ, ਗੁਰ ਗੋਰਖ ਵਿਸ਼ਰਾਮ, ਬਰਮਾ ਗੁਰ ਵਿਸ਼ਰਾਮ, ਪਾਰਬਤੀ ਮਾਈ। ਇਸ ਤਰ੍ਹਾਂ ਇਹਦਾ ਉਚਾਰਨ ਕਰਨਾ ਆਪਾਂ। ਤਕਰੀਬਨ ਵਿਸ਼ਰਾਮਾਂ 'ਚ ਗਲਤੀ ਹੁੰਦੀ ਆ, ਉਚਾਰਨ ਠੀਕ ਆ, ਸਾਰੇ ਇਸ ਤਰ੍ਹਾਂ ਠੀਕ ਕਰਦੇ ਹਾਂ ਆਪਾਂ। ਸੋ ਇਸ ਦਾ ਅਰਥ ਹੈ, ਈਸ਼ਰ ਦਾ ਅਰਥ ਹੈਗਾ ਈਸ਼ਵਰ ਗੁਰੂ। ਗੁਰ ਈਸ਼ਰ ਮਤਲਬ ਈਸ਼ਵਰ ਗੁਰੂ ਸਾਡੇ ਅਗਿਆਨ ਅੰਧੇਰੇ ਨੂੰ ਖਤਮ ਕਰਦਾ ਹੈ। ਗੁਰ ਗੋਰਖ, ਅਤੇ ਗੋਰਖ ਦਾ ਮਤਲਬ ਗਿਆਨ, ਗਿਆਨ ਗੁਰੂ, ਗੁਰ ਗੋਰਖ ਮਤਲਬ ਗਿਆਨ ਗੁਰੂ ਸਾਡੇ ਅੰਦਰ ਈਸ਼ਵਰੀ ਗੁਣਾਂ ਨੂੰ ਬਣਾਈ ਰੱਖਦਾ ਹੈ। ਜਿਹੜਾ ਈਸ਼ਵਰ ਹੈ, ਈਸ਼ਵਰ ਦਾ ਨਾਮ, ਪਰਮਾਤਮਾ ਦਾ ਨਾਮ ਜੋ ਹੈ, ਉਹ ਸਾਡੇ ਅੰਦਰੋਂ ਅਗਿਆਨ ਦਾ ਹਨੇਰਾ ਖਤਮ ਕਰਦਾ। ਅਤੇ ਜਿਹੜਾ ਗੋਰਖ ਦਾ ਮਤਲਬ ਹੈਗਾ ਗਿਆਨ, ਗਿਆਨ ਵੀ ਗੁਰੂ ਹੁੰਦਾ। ਜਿਹੜਾ ਗਿਆਨ ਗੁਰੂ ਹੈ, ਉਹ ਸਾਡੇ ਅੰਦਰ ਜਦੋਂ ਸਾਨੂੰ ਗਿਆਨ ਹੋ ਜਾਂਦਾ ਤਾਂ ਸਾਡੇ ਅੰਦਰ ਈਸ਼ਵਰੀ ਦੇ ਜਿਹੜੇ ਗੁਣ ਹਨ, ਗਿਆਨ ਦੇ ਈਸ਼ਵਰ ਦੇ ਗੁਣ ਹਨ, ਉਹ ਸਾਡੇ ਅੰਦਰ ਬਣਾਈ ਰੱਖਦਾ। ਜਿਨ੍ਹਾਂ ਨੂੰ ਈਸ਼ਵਰੀ ਗਿਆਨ ਹੁੰਦਾ ਨਾ, ਸੋ ਉਹ ਬੰਦੇ ਕਦੇ ਡੋਲਦੇ ਨਹੀਂ ਆ, ਉਹਨਾਂ ਦੇ ਅੰਦਰ ਹਮੇਸ਼ਾ ਹੀ ਭਰੋਸਾ ਬਣਿਆ ਰਹਿੰਦਾ ਈਸ਼ਵਰ ਦੇ ਪ੍ਰਤੀ।
ਤੇ ਜਿਹੜੇ ਆਪਣੇ ਵਰਗੇ ਹੁੰਦੇ ਆ ਉਹ ਜਿਹਨੇ ਲਾਈ ਗੱਲੀ ਉਸੇ ਨਾਲ ਉੱਠ ਚੱਲੀ, ਇਵੇਂ ਹੋ ਜਾਂਦਾ। ਸਾਨੂੰ ਜਿਵੇਂ ਕੋਈ ਕਹਿ ਦਿੰਦਾ ਉਸੇ ਨਾਲ ਹੀ ਸਿਰ ਹਿਲਾਉਣ ਲੱਗ ਜਾਂਦੇ ਸੀ, ਹਾਂ 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 ਠੀਕ ਹੈ ਠੀਕ ਹੈ। ਇਹਦਾ ਮਤਲਬ ਸਾਡੇ ਅੰਦਰ ਹਾਲੇ ਈਸ਼ਵਰੀ ਗਿਆਨ ਟਿਕਿਆ ਹੋਇਆ ਨਹੀਂ ਹੈ, ਸਾਡੇ ਅੰਦਰ ਗੁਰੂ ਦਾ ਗਿਆਨ ਨਹੀਂ ਹੈ, ਸਾਡੇ ਅੰਦਰ ਗਿਆਨ ਗੁਰੂ ਨਹੀਂ ਬੈਠਾ ਹਾਲੇ। ਜਦੋਂ ਸਾਡੇ ਅੰਦਰ ਗਿਆਨ ਗੁਰੂ ਬੈਠ ਜਾਵੇਗਾ ਤਾਂ ਈਸ਼ਵਰੀ ਗੁਣਾਂ ਨੂੰ ਉਹ ਸਾਡੇ ਅੰਦਰੋਂ ਬਣਾਈ ਰੱਖੂਗਾ, ਡੋਲਣ ਨਹੀਂ ਦਿੰਦਾ ਗੁਰਗੋਰਖ। ਸੋ ਇਸ ਤਰ੍ਹਾਂ ਇਹ ਨਾਵਾਂ ਦੇ ਨਾਲ ਆਪਾਂ ਨਾਵਾਂ ਦੇ ਹਿਸਾਬ ਦੇ ਨਾਲ ਆਪਾਂ ਦੂਜਾ ਮੱਤ ਲੈ ਲੈਂਦੇ ਹਾਂ, ਦੂਜੂ ਸੋਚਣ ਲੱਗ ਜਾਂਦੇ ਹਾਂ ਇਹ ਤਾਂ ਗੋਰਖ ਦੀ ਗੱਲ ਕੀਤੀ ਹੈ ਜੀ, ਇਹ ਬਰਮਾ ਦੀ ਗੱਲ ਕੀਤੀ ਨਹੀਂ, ਇਹ ਸਾਰੇ ਪ੍ਰਮਾਤਮਾ ਦੇ ਨਾਮ ਹੈ ਨਾ। ਜੇ ਹੁਣ ਕਿਸੇ ਬੰਦੇ ਦਾ ਨਾਮ ਸਤਨਾਮ ਸਿੰਘ ਹੈ ਤਾਂ ਉਹ ਸਤਨਾਮ ਥੋੜ੍ਹਾ ਹੀ ਹੋ ਗਿਆ। ਉਹਦਾ ਨਾਮ ਸੁਣ ਕੇ ਆਪਾਂ ਹੁਣ ਸਤਨਾਮ ਜਪਣਾ ਛੱਡ ਦਿਆਂਗੇ? ਕਿਸੇ ਦਾ ਨਾਮ ਵਾਹਿਗੁਰੂ ਪਾਲ ਹੁੰਦਾ, ਹੁਣ ਆਪਾਂ ਵਾਹਿਗੁਰੂ ਜਪਣਾ ਛੱਡ ਦਿਆਂਗੇ ਜੇ ਉਹ ਨਾਮ ਤਾਂ ਉਹਦਾ ਵਾਹਿਗੁਰੂ ਪਾਲ ਹੈ? ਜਾਂ ਸਤਨਾਮ ਸਿੰਘ ਆ ਉਹ ਕੰਮ ਮਾੜੇ ਕਰਦਾ, ਫਿਰ ਉਹਨੂੰ ਦੇਖ ਦੇਖ ਕੇ ਆਪਾਂ ਵਾਹਿਗੁਰੂ ਜਾਂ ਸਤਨਾਮ ਕਹਿਣਾ ਬੰਦ ਕਰ ਦਿਆਂਗੇ ਜਾਂ ਕੁਛ ਹੋਰ ਸੋਚਾਂਗੇ? ਨਹੀਂ, ਨਾਮਾਂ ਵਿੱਚ ਕੁਛ ਨਹੀਂ। ਬੰਦਿਆਂ ਦੇ ਨਾਮਾਂ 'ਚ ਕੀ ਪਿਆ? ਬੰਦੇ ਤਾਂ ਗਲਤੀਆਂ ਦੇ ਪੂਤਲੇ ਹੁੰਦੇ ਆ, ਭਾਵੇਂ ਉਹ ਈਸ਼ਵਰੀ ਭਾਵੇਂ ਅਵਤਾਰ ਹੋਏ ਆ, ਭਾਵੇਂ ਰਿਸ਼ੀ ਮੁਨੀ, ਭਾਵੇਂ ਗੋਰਖ ਜੋਗੀ, ਕੋਈ ਵੀ ਹੈ। ਹਰ ਇੱਕ ਮਨੁੱਖ ਤੋਂ ਗਲਤੀ ਹੁੰਦੀ, ਦੇਵੀ ਦੇਵਤਿਆਂ ਕੋਲੋਂ ਗਲਤੀ ਹੁੰਦੀ ਹੈ, ਰਿਸ਼ੀਆਂ ਮੁਨੀਆਂ ਤੋਂ ਗਲਤੀ ਹੁੰਦੀ ਹੈ ਨਾ। ਸੋ ਇਸ ਤਰ੍ਹਾਂ ਇਹ ਨਾਮ ਸਾਰੇ ਪਰਮੇਸ਼ਰ ਦੇ ਆ ਅਤੇ ਉਹਦੇ ਗੁਣਾਂ ਦੇ ਨਾਮ ਹੈ। ਗੁਰ ਗੋਰਖ ਦਾ ਮਤਲਬ ਹੋ ਗਿਆ ਗਿਆਨ ਗੁਰੂ ਸਾਡੇ ਅੰਦਰ ਈਸ਼ਵਰੀ ਗੁਣਾਂ ਨੂੰ ਬਣਾਈ ਰੱਖਦਾ। ਬ੍ਰਹਮਾ ਗੁਰੂ ਜਿਹੜਾ ਬ੍ਰਹਮ ਗੁਰੂ ਹੈ, ਪਾਰ ਬ੍ਰਹਮ ਪਰਮੇਸ਼ਰ, ਬ੍ਰਹਮ ਗੁਰੂ ਸਾਡੇ ਪ੍ਰੇਮ ਨੂੰ ਸੁਣਦੇ ਹਨ। ਜੋ ਬ੍ਰਹਮ ਪਰਮੇਸ਼ਰ ਹੈ, ਅਕਾਲ ਪੁਰਖ ਹੈ, ਉਹ ਸਾਡੇ ਪ੍ਰੇਮ ਨੂੰ ਸੁਣਦੇ ਆ, ਸਾਡੀਆਂ ਪ੍ਰੇਮ ਦੀਆਂ ਗੱਲਾਂ ਸੁਣਦੇ ਆ, ਸਾਡੇ ਪ੍ਰੇਮ ਭਰੇ ਵਿਚਾਰਾਂ ਨੂੰ ਸੁਣਦੇ ਆ, ਸਾਡੀ ਪ੍ਰੇਮਾ ਭਗਤੀ ਨੂੰ ਸੁਣਦੇ ਆ, ਹੈ ਨਾ। ਇਸ ਤਰ੍ਹਾਂ ਮਾਂ ਰੂਪੀ ਭਗਤੀ, ਪਾਰਬਤੀ ਮਾਈ, ਮਾਂ ਰੂਪੀ ਭਗਤੀ ਦੇ ਪ੍ਰੇਮ ਵਾਲੇ ਗੁਣ ਸਾਡੀ ਮੱਤ ਵਿੱਚ ਪ੍ਰਕਾਸ਼ ਕਰਦੇ ਹਨ। ਇਹ ਮਾਈ ਕਿਉਂ ਕਿਹਾ? ਭਗਤੀ ਨੂੰ ਮਾਂ ਕਿਉਂ ਆਖਿਆ? ਕਿਉਂਕਿ ਜਿਹੜੀ ਗੱਲ ਮਨੁੱਖ ਮਾਂ ਦੀ ਮੰਨ ਲੈਂਦਾ ਨਾ, ਜਿਸ ਤਰੀਕੇ ਨਾਲ ਉਹ ਜਿੰਨਾ ਈਜ਼ੀਲੀ ਉਹ ਮਾਂ ਦੀ ਗੱਲ ਮੰਨਦਾ ਹੈ, ਓਨਾ ਈਜ਼ੀਲੀ ਉਹ ਪਿਓ ਦੀ ਜਾਂ ਹੋਰ ਕਿਸੇ ਦੀ ਨਹੀਂ ਮੰਨਦਾ। ਇਸੇ ਕਰਕੇ ਭਗਤੀ ਮਾਂ ਕਹੀ ਹੈ। ਸੋ ਭਗਤੀ ਦੇ ਜਿਵੇਂ ਮਾਂ ਦੇ ਗੁਣ ਮਨੁੱਖ ਦੇ ਵਿੱਚ ਅੰਦਰ ਬਹੁਤ ਜਲਦੀ ਆ ਜਾਂਦੇ, ਮਾਂ ਦੀ ਗੱਲ ਨੂੰ ਬਹੁਤ ਜਲਦੀ ਸੁਣਦਾ। ਮਾਂ ਰੂਪੀ ਭਗਤੀ ਦੇ ਪ੍ਰੇਮ ਵਾਲੇ ਗੁਣ ਸਾਡੀ ਮੱਤ ਵਿੱਚ ਪ੍ਰਕਾਸ਼ ਕਰਦੇ ਹਨ। ਠੀਕ ਹੈ ਜੀ। ਹੁਣ ਇਹਦਾ ਇਹ ਹੋ ਗਿਆ ਅੰਤਰੀ ਭਾਵ ਅਰਥ। ਜਦੋਂ ਅਸੀਂ ਗੁਰਬਾਣੀ ਦੇ ਅਰਥ ਕਰਦੇ ਹਾਂ ਤਾਂ 2-3 ਤਰੀਕਿਆਂ ਨਾਲ ਕੀਤੇ ਜਾਂਦੇ। ਇੱਕ ਅੱਖਰੀ ਅਰਥ ਹੁੰਦੇ, ਪਦ ਅਰਥ ਜਿਹਨੂੰ ਕਹਿੰਦੇ ਆਪਾਂ। ਇੱਕ ਹੁੰਦੇ ਹੈਗੇ ਆ ਭਾਵ ਅਰਥ, ਕਿਸੇ ਚੀਜ਼ ਦਾ ਐਗਜ਼ਾਮਪਲ ਦੇ ਕੇ ਕਿਸੇ ਚੀਜ਼ ਬਾਰੇ ਗੱਲ ਕਰਕੇ ਫਿਰ ਉਸ ਤਰੀਕੇ ਨਾਲ ਸਮਝਾਉਣਾ। ਇੱਕ ਹੁੰਦੇ ਅੰਤਰੀਵ ਅਰਥ। ਅੰਤਰੀਵ ਅਰਥ ਦਾ ਮਤਲਬ ਹੁੰਦਾ ਵੀ ਅਰਥਾਂ ਨੂੰ ਆਤਮਿਕ ਤੌਰ 'ਤੇ, ਆਤਮਿਕ ਗਿਆਨ ਦੇ ਤੌਰ 'ਤੇ, ਆਤਮਾ ਦੇ ਲੈਵਲ 'ਤੇ ਉਹਦੇ ਮੀਨਿੰਗ ਕਰਨੇ, ਉਹਦੀ ਗੱਲ ਕਰਨੀ। ਸੋ ਇਹ ਆਪਾਂ ਅੰਤਰੀਵ ਅਰਥ ਕੀਤੇ। ਅੰਤਰੀਵ ਅਰਥ ਇਸ ਤਰ੍ਹਾਂ ਬਣਦੇ ਉਹਦੇ। ਹੁਣ ਭਾਵ ਅਰਥ ਜਿਹੜੇ ਹੈਗੇ ਆ, ਭਾਵ ਅਰਥ ਇਸ ਤਰ੍ਹਾਂ ਬਣ ਗਏ ਵੀ ਪ੍ਰਮਾਣ ਦੇ ਕੇ ਜਾਂ ਐਗਜ਼ਾਮਪਲ ਦੇ ਕੇ। ਜਿਵੇਂ ਈਸ਼ਰ ਨੂੰ ਸੇਵਾ ਆਖਿਆ ਸ਼ਾਸਤਰਾਂ ਦੇ ਵਿੱਚ, ਵੇਦਾਂ ਦੇ ਵਿੱਚ, ਕਿਤੇ ਵੀ ਈਸ਼ਰ ਸ਼ਿਵਾ, ਗੋਰਖ ਵਿਸ਼ਨੂੰ, ਬਰਮਾ। ਅਤੇ ਮਾਈ ਦੇ 2 ਅਰਥ ਕੀਤੇ ਆ ਗੁਰਮਤਿ ਦੇ ਵਿੱਚ। ਮਾਈ ਦੇ 2 ਅਰਥ ਕੀਤੇ ਆ। ਗੁਰਬਾਣੀ ਦਾ ਜਿਹੜਾ ਟੀਕਾ ਹੋਇਆ ਨਾ, ਪਹਿਲੀ ਵਾਰ ਸਿੱਖ ਧਰਮ ਦੇ ਵਿੱਚ ਗੁਰਬਾਣੀ ਦਾ, ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਟੀਕਾ ਹੋਇਆ ਉਹ ਫਰੀਦਕੋਟ ਵਾਲਾ ਟੀਕਾ 22-23 ਮਹਾਂਪੁਰਖਾਂ ਨੇ, ਵਿਦਵਾਨ ਪੁਰਸ਼ਾਂ ਨੇ ਇਕੱਠੇ ਹੋ ਕੇ ਉਹ ਗੁਰਬਾਣੀ ਦਾ ਟੀਕਾ ਕੀਤਾ। ਫਰੀਦਕੋਟ ਵਾਲਾ ਟੀਕਾ ਜਿਹਨੂੰ ਕਹਿੰਦੇ ਉਹ ਗੁਰਮਤਿ ਦੇ ਵਿੱਚ ਬਹੁਤ ਪ੍ਰਚਲਿਤ ਹੈ ਅਤੇ ਸਭ ਤੋਂ ਪਹਿਲਾ ਟੀਕਾ ਉਹ ਗੁਰਬਾਣੀ ਦਾ। ਸੋ ਉਹਨਾਂ ਨੇ ਇਸ ਤਰ੍ਹਾਂ ਅਰਥ ਕੀਤੇ। ਮਾਈ ਦੇ 2, ਮਾਈ ਮੰਮੇ ਦਾ ਅਰਥ ਵੱਖਰਾ ਕੀਤਾ ਅਤੇ ਈੜੀ ਨੂੰ ਬਿਹਾਰੀ ਦਾ ਵੱਖਰਾ ਅਰਥ ਕੀਤਾ। ਮਾਈ ਜਿਹੜੀ ਮਾਂ, ਮੰਮੇ ਕੰਨਾ ਮਾਂ ਦੇ 2 ਅਰਥ ਕੀਤੇ ਆ, ਪਾਰਬਤੀ ਅਤੇ ਲਕਸ਼ਮੀ। ਈ ਦਾ ਅਰਥ ਹੈ ਸਰਸਵਤੀ। ਇਹ 3 ਦੇਵੀਆਂ ਨੂੰ ਮਾਈ ਸ਼ਬਦ ਦੇ ਵਿੱਚ ਇਕੱਠਿਆ ਕੀਤਾ। ਮੰਮੇ ਕੰਨਾ ਮਾਂ, ਪਾਰਬਤੀ ਅਤੇ ਲਕਸ਼ਮੀ, ਈੜੀ ਬਿਹਾਰੀ, ਈ ਸਰਸਵਤੀ। ਇਸ ਤਰ੍ਹਾਂ ਤਾਂ ਵਿਸ਼ਨੂੰ, ਬਰਮਾ ਅਤੇ ਸ਼ਿਵ ਜੀ ਇਹ 3 ਪਾਰ ਬ੍ਰਹਮ ਦਾ ਤਿਰਬਾ ਰੂਪ ਹੈ। ਇਹ ਪਰਮਾਤਮਾ ਨਹੀਂ ਹੈ,
ਇਹ ਪ੍ਰਮਾਤਮਾ ਦਾ ਤਿਰਬਾ ਰੂਪ ਹੈ। ਤਿਰਬਾ ਰੂਪ ਮਤਲਬ ਤਿੰਨ ਰੂਪ ਹੈ ਪ੍ਰਮਾਤਮਾ ਦੇ, ਵਿਸ਼ਨੂੰ, ਬ੍ਰਹਮਾ ਅਤੇ ਸ਼ਿਵ ਜੀ। ਤਿੰਨੇ ਪਾਰ ਬ੍ਰਹਮ ਦਾ ਤਿਰਬਾ ਰੂਪ ਹਨ। ਇਹ ਬ੍ਰਹਮ ਨਹੀਂ ਹਨ, ਇਹ ਪਾਰ ਬ੍ਰਹਮ ਦੀਆਂ ਬਣਾਈਆਂ ਹੋਈਆਂ ਤਿੰਨ ਸ਼ਕਤੀਆਂ ਹਨ। ਸੋ ਇਸ ਤਰ੍ਹਾਂ ਫਿਰ ਬ੍ਰਹਮ ਵਾਹਿਗੁਰੂ ਨੇ ਇਹਨਾਂ ਨਾਲ ਮਾਇਆ ਦੇ ਤਿੰਨ ਰੂਪ ਬਿਠਾ ਦਿੱਤੇ। ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਨੇ ਇਹ ਜੋ ਉਸ ਦੇ ਬ੍ਰਹਮਾ ਤਿਰਬਾ ਰੂਪ ਹਨ, ਬ੍ਰਹਮਾ, ਵਿਸ਼ਨੂੰ, ਸ਼ਿਵ ਜੀ, ਇਹਨਾਂ ਦੇ ਨਾਲ ਪਰਮਾਤਮਾ ਨੇ ਫਿਰ ਮਾਇਆ ਦੇ ਵੀ ਤਿੰਨ ਰੂਪ ਬਿਠਾ ਦਿੱਤੇ। ਸ਼ਿਵ ਜੀ ਦੇ ਨਾਲ ਪਾਰਵਤੀ ਬਿਠਾ ਦਿੱਤੀ, ਵਿਸ਼ਨੂੰ ਦੇ ਨਾਲ ਲਕਸ਼ਮੀ ਅਤੇ ਬ੍ਰਹਮਾ ਨਾਲ ਸਰਸਵਤੀ। ਇਹ ਤਿੰਨੇ ਰੂਪ ਮਾਇਆ ਦੇ ਮਾਈਆਂ ਤਿੰਨਾਂ ਦੇਵਤਿਆਂ ਦੇ ਹੰਕਾਰ ਸੰਤੁਲਨ ਰੱਖਦੀਆਂ ਹਨ। ਇਹ ਜੇ ਤਿੰਨੇ ਮਾਈਆਂ ਹਨ, ਇਹ ਮਾਇਆ ਦੇ ਤਿੰਨ ਰੂਪ ਹਨ, ਲਕਸ਼ਮੀ, ਸਰਸਵਤੀ, ਪਾਰਵਤੀ। ਇਹ ਤਿੰਨੇ ਮਾਈਆਂ ਤਿੰਨਾਂ ਦੇਵਤਿਆਂ ਦੇ ਹੰਕਾਰ ਦਾ ਸੰਤੁਲਨ ਬਣਾ ਕੇ ਰੱਖਣ ਲਈ ਬਿਠਾਈਆਂ ਹਨ ਅਤੇ ਉਹਨਾਂ ਦੇ ਹੰਕਾਰ ਦਾ ਸੰਤੁਲਨ ਬਣਾ ਕੇ ਰੱਖਦੀਆਂ ਹਨ। ਦੇਖੋ ਕਿਤੇ ਕਿਤੇ ਬ੍ਰਹਮਾ ਨੂੰ ਵੀ ਹੰਕਾਰ ਆਇਆ, ਸ਼ਿਵ ਜੀ ਨੂੰ ਵੀ ਹੰਕਾਰ ਆਇਆ, ਕਿਤੇ ਕਿਤੇ ਵਿਸ਼ਨੂੰ ਨੂੰ ਵੀ ਹੰਕਾਰ ਆਇਆ। ਪਰ ਜਦੋਂ ਫਿਰ ਇਹੋ ਜਿਹੇ ਸਮਿਆਂ ਦੇ ਵਿੱਚ ਬਹੁਤ ਥਾਵਾਂ 'ਤੇ ਸ਼ਾਸਤਰਾਂ 'ਚ ਲਿਖਿਆ ਹੈ ਕਿ ਉਹਨਾਂ ਨੂੰ ਰੋਕਣ ਵਾਸਤੇ ਸ਼ਿਵ ਜੀ ਨੂੰ ਜਦੋਂ ਕ੍ਰੋਧ ਚੜ੍ਹਦਾ ਤਾਂ ਉਹਦੇ ਸਾਹਮਣੇ ਪਾਰਵਤੀ ਨੂੰ ਖੜ੍ਹਾ ਕੀਤਾ ਜਾਂਦਾ। ਬ੍ਰਹਮਾ ਨੂੰ ਹੰਕਾਰ ਆਉਂਦਾ, ਸਰਸਵਤੀ ਉਹਦੇ ਸਾਹਮਣੇ ਆ ਜਾਂਦੀ ਆ, ਤਾਂ ਸੰਤੁਲਨ ਹੋ ਜਾਂਦਾ ਉਹਨਾਂ ਦਾ। ਸ੍ਰਿਸ਼ਟੀ ਦੇ ਚੱਲਣ ਵਿੱਚ ਸਹਾਇਤਾ ਕਰਦੀਆਂ ਇਹ। ਨਹੀਂ ਤਾਂ ਜਦੋਂ ਸ਼ਿਵ ਜੀ ਨੂੰ ਗੁੱਸਾ ਆਉਂਦਾ, ਪ੍ਰਲੈ ਆ ਜਾਂਦੀ ਹੈ। ਸੋ ਉਹਦਾ ਸੰਤੁਲਨ ਕਰਨ ਵਾਸਤੇ ਫਿਰ ਇਸ ਤਰ੍ਹਾਂ ਸ੍ਰਿਸ਼ਟੀ ਦੇ ਚੱਲਣ ਵਿੱਚ ਸਹਾਇਤਾ ਕਰਦੀਆਂ ਤਿੰਨੇ ਦੇਵੀਆਂ, ਜੋ ਮਾਇਆ ਦੇ ਤਿੰਨ ਰੂਪ ਪਰਮਾਤਮਾ ਨੇ ਬਣਾਏ ਆ ਇਹ। ਸੋ ਮਾਇਆ ਦੇ ਜਿਹੜੇ ਤਿੰਨ ਰੂਪ ਹੈ, ਅੱਖਰੀ ਤੌਰ 'ਤੇ ਗਿਆਨ, ਕਾਮਨਾ, ਫੁਆਨ, ਇਹ ਮੰਨੇ ਆ ਵਿਦਵਾਨਾਂ ਨੇ। ਮਾਇਆ ਦੇ ਤਿੰਨ ਰੂਪ ਮੰਨੇ ਆ ਵਿਦਵਾਨਾਂ ਨੇ, ਗਿਆਨ, ਕਾਮਨਾ ਅਤੇ ਫੁਆਨ। ਗਿਆਨ ਮਤਲਬ ਸ਼ਕਤੀਆਂ ਦਾ ਗਿਆਨ ਰੱਖਣਾ। ਕਾਮਨਾ ਮਤਲਬ ਜਿਵੇਂ ਲਕਸ਼ਮੀ ਆ ਗਈ, ਜਿਵੇਂ ਸਾਨੂੰ ਪਦਾਰਥਾਂ ਦੀਆਂ ਕਾਮਨਾਵਾਂ ਹੁੰਦੀਆਂ। ਕਾਮਨਾ ਮਤਲਬ ਪਦਾਰਥਾਂ ਦੀਆਂ ਕਾਮਨਾਵਾਂ। ਗਿਆਨ ਮਤਲਬ ਸ਼ਕਤੀਆਂ ਦਾ ਗਿਆਨ। ਕਾਮਨਾ ਮਤਲਬ ਪਦਾਰਥਾਂ ਦੀ ਇੱਛਾ। ਅਤੇ ਫਾਨ ਦਾ ਮਤਲਬ ਹੋ ਗਿਆ ਫੁਰਨਾ। ਸੁਣ ਇਹ ਦੇਖਦੇ ਹਾਂ ਆਪਾਂ ਵੀ ਜਿਵੇਂ ਪਾਰਵਤੀ ਆ, ਇਹਨੂੰ ਗਿਆਨ ਮੰਨਿਆ। ਪਾਰਵਤੀ ਜੋ ਸ਼ਿਵ ਜੀ ਦੀਆਂ ਸ਼ਕਤੀਆਂ ਦਾ ਗਿਆਨ ਰੱਖਦੀ ਹੈ, ਇਸ ਨੂੰ ਗਿਆਨ ਰੂਪ ਮੰਨਿਆ ਵਿਦਵਾਨਾਂ ਨੇ। ਸ਼ਿਵ ਦੇ ਗਲੇ ਵਿੱਚ ਮੁੰਡਨਾਂ ਦੀ ਮਾਲਾ ਬਣ ਕੇ ਰਹਿੰਦੀ ਆ ਪਾਰਵਤੀ, ਪਰ ਸਰੀਰਕ ਤੌਰ 'ਤੇ ਸਦਾ ਜਵਾਨ ਰਹਿੰਦੀ ਆ। ਉਸੇ ਤਰ੍ਹਾਂ ਗਿਆਨ ਸਦਾ ਨਵਾਂ ਨਰੋਆ ਅਤੇ ਤਾਜ਼ਾ ਰਹਿੰਦਾ ਹੈ, ਜਵਾਨੀ ਵਾਂਗ। ਗਿਆਨ ਕਦੇ ਪੁਰਾਣਾ ਨਹੀਂ ਹੁੰਦਾ, ਗਿਆਨ ਹਮੇਸ਼ਾ ਨਵਾਂ ਨਰੋਆ ਅਤੇ ਤਾਜ਼ਾ ਜਵਾਨ ਰਹਿੰਦਾ। ਕਾਮਨਾ ਦੀ ਉਪਾਧੀ ਦਿੱਤੀ ਹੈ ਲਕਸ਼ਮੀ ਨੂੰ। ਸੋ ਜਿਸ ਤਰ੍ਹਾਂ ਸਾਡੇ ਅੰਦਰ ਇੱਛਾਵਾਂ ਪੈਦਾ ਹੁੰਦੀਆਂ, ਕਾਮਨਾਵਾਂ ਪੈਦਾ ਹੁੰਦੀਆਂ, ਤਾਂ ਫਿਰ ਉਹ ਕਾਮਨਾ ਰੂਪੀ ਜਿਹੜੀ ਰੂਪ ਹੈ ਪਰਮੇਸ਼ਰ ਨੇ ਲਕਸ਼ਮੀ ਬਣਾਇਆ, ਜੋ ਧਨ ਪਦਾਰਥਾਂ ਦੀ ਇੱਛਾ ਅਤੇ ਕਾਮਨਾਵਾਂ ਪੂਰੀਆਂ ਕਰਦੀ ਹੈ। ਫੁਆਨ, ਫੁਆਨ ਮੀਨਸ ਫੁਰਨਾ। ਇਹ ਉਪਾਧੀ ਸਰਸਵਤੀ ਨੂੰ ਮਿਲੀ ਹੈ। ਜਿਵੇਂ ਸਾਰੇ ਜਾਣਦੇ ਹਾਂ ਕਿ ਜਦੋਂ ਵਿੱਦਿਆ ਦੀ ਪੂਜਾ ਕਰਨੀ ਹੋਵੇ, ਵਿੱਦਿਆ ਦੀ ਦੇਵੀ ਸਰਸਵਤੀ ਨੂੰ ਮੰਨਦੇ ਆ, ਸੋ ਉਸ ਨੂੰ ਸ੍ਰੇਸ਼ਟ ਮੰਨਦੇ ਆ। ਸੋ ਫੁਆਨ ਮੀਨਸ ਫੁਰਨਾ, ਸਰਸਵਤੀ। ਜਦੋਂ ਪਰਮੇਸ਼ਰੀ ਅੱਖਰਾਂ ਦੇ ਫੁਰਨੇ ਬਣੇ, ਭਾਵ ਬਣਾਵਟ ਵਿੱਚ ਆਏ, ਅੱਖਰ ਬਣਾਵਟ ਦੇ ਵਿੱਚ ਆਏ, ਤਾਂ ਫੁਰਨੇ ਦੇ ਨਾਲ ਅੱਖਰ ਬਣਾਵਟ ਵਿੱਚ ਆਏ। ਫਿਰ ਫੁਰਨੇ ਦੇ ਨਾਲ ਹੀ ਉਹਨਾਂ ਅੱਖਰਾਂ ਦੇ ਵਿੱਚ ਗੂੰਜ ਪੈਦਾ ਕੀਤੀ, ਆਵਾਜ਼ ਪੈਦਾ ਕੀਤੀ, ਵੀ ਕੱਕਾ, ਖ, ਖਾ, ਹੈ ਨਾ। ਫਿਰ ਉਹਦੀਆਂ ਮਾਤਰਾਵਾਂ ਨੂੰ ਸ਼ਬਦ ਦਿੱਤੇ। ਜਿਵੇਂ ਹੁਣ ਆਪਾਂ ਗੱਗਾ ਜੱਜੇ ਨੂੰ ਕੀ, ਗੱਗਾ ਜੱਜਾ ਤਾਂ ਗਾਜ ਹੋ ਗਿਆ, ਪਰ ਜੇ ਉਹਨੂੰ ਕੰਨਾ ਲਾ ਦਿਆਂਗੇ ਗਾਜ ਹੋ ਜੂਗਾ, ਔਂਕੜ ਲਾ ਦਿਆਂਗੇ ਗੁੱਜ ਹੋ ਜੂਗਾ, ਹੈ ਨਾ। ਟਿੱਪੀ ਲਾ ਦਿਆਂਗੇ ਗੰਜ ਹੋ ਜੂਗਾ, ਬਿੰਦੀ ਲਾ ਦਿਆਂਗੇ ਗੰਜ ਹੋ ਜੂਗਾ, ਹੈ ਨਾ। ਇਸ ਤਰ੍ਹਾਂ ਆਵਾਜ਼ ਬਣੀ। ਫੁਰਨੇ ਦੇ ਨਾਲ ਅੱਖਰ ਬਣਾਵਟ ਵਿੱਚ ਆਏ ਅਤੇ ਫੁਰਨੇ ਦੇ ਨਾਲ ਹੀ ਉਹਨਾਂ ਅੱਖਰਾਂ ਦੀ ਸਵਰ ਬਣੇ, ਗੂੰਜ ਬਣੀ, ਆਵਾਜ਼ ਬਣੀ। ਸੇ ਇਹ ਸਰਸਵਤੀ ਦਾ ਕੰਮ ਹੈ।
ਕਈ ਵਾਰੀ ਬੰਦਾ ਪੂਰਾ ਹੁੰਦਾ, ਕੰਪਲੀਟ ਹੁੰਦਾ ਹੈ ਨਾ, ਸਾਰਾ ਕੁਝ ਸਹੀ ਹੁੰਦਾ, ਪਰ ਉਹਦੀ ਜ਼ੁਬਾਨ ਅੱਖਰ ਨਹੀਂ ਬੋਲ ਸਕਦੀ, ਉਹਦੀ ਜ਼ੁਬਾਨ ਠਾਕੀ ਹੁੰਦੀ ਹੈ, ਬੰਦ ਹੁੰਦੀ ਹੈ, ਬੋਲਣ ਤੋਂ ਅਸਮਰੱਥ ਹੁੰਦੀ ਹੈ। ਸੋ ਇਸ ਤਰ੍ਹਾਂ ਕਿਉਂਕਿ ਉਸ ਕੋਲੇ ਫੁਰਨਾ ਨਹੀਂ ਹੁੰਦਾ ਅਤੇ ਉਹਦੇ ਫੁਰਨਿਆਂ ਕਰਕੇ ਉਸ ਦੀ ਜ਼ੁਬਾਨ 'ਤੇ ਉਹ ਗਿਆਨ ਵਾਲੀ ਫੁਰਨਿਆਂ ਵਾਲੀ ਦੇਵੀ, ਅੱਖਰਾਂ ਦੀ ਬਣਾਵਟ ਬਣਾਉਣ ਵਾਲੀ ਦੇਵੀ ਨਹੀਂ ਬੈਠੀ ਹੁੰਦੀ, ਸ਼ਕਤੀ ਨਹੀਂ ਬੈਠੀ ਹੁੰਦੀ। ਆਪਾਂ ਦੇਵੀ ਕਹਾਂਗੇ ਤਾਂ ਕਈ ਇਸ ਚੀਜ਼ ਦਾ ਗੁੱਸਾ ਮੰਨ ਜਾਂਦੇ ਜੀ, ਦੇਵੀਆਂ ਦੀ ਗੱਲ ਕਰਦੇ ਆ। ਚਲੋ ਆਪਾਂ ਸ਼ਕਤੀ ਗੱਲ ਕਰ ਲੈਂਦੇ ਹਾਂ ਵੀ ਉਹ ਅੱਖਰ ਬਣਾਉਣ ਵਾਲੀ ਸ਼ਕਤੀ ਬੰਦੇ ਦੀ ਜ਼ੁਬਾਨ 'ਤੇ ਨਹੀਂ ਹੁੰਦੀ। ਬੰਦਾ ਜਿੰਨਾ ਮਰਜ਼ੀ ਬਲਵਾਨ, ਤਾਕਤਵਰ, ਸੋਹਣਾ ਹੋਵੇ, ਸਰੀਰ ਦੇ ਸਾਰੇ ਅੰਗ ਪੂਰੇ ਹੋਣ, ਪਰ ਜੇ ਉਹਦੀ ਜ਼ੁਬਾਨ ਉੱਤੇ ਅੱਖਰ ਬਣਾਉਣ ਵਾਲੀ ਫੁਰਨਿਆਂ ਵਾਲੀ ਸ਼ਕਤੀ ਨਹੀਂ ਆ ਤਾਂ ਉਹ ਕਿਸੇ ਕੰਮ ਦਾ ਨਹੀਂ। ਉਹ ਫੁਰਨੇ ਨਹੀਂ, ਅੱਖਰ ਨਹੀਂ ਬਣਾ ਸਕਦਾ, ਆਵਾਜ਼ ਨਹੀਂ ਕੱਢ ਸਕਦਾ ਅੱਖਰਾਂ ਦੀ। ਇਸ ਕਰਕੇ ਹੀ ਸੰਗੀਤ ਦੇ ਪੁਜਾਰੀ ਸਰਸਵਤੀ ਦੀ ਪੂਜਾ ਅਤੇ ਅਰਾਧਨਾ ਕਰਦੇ ਆ। ਕਿਤਾਬੀ ਗਿਆਨ ਵਿੱਚ ਨਿਪੁੰਨ ਹੋਣ ਲਈ ਵੀ ਸਰਸਵਤੀ ਦੀ ਹੀ ਪੂਜਾ ਕੀਤੀ ਜਾਂਦੀ ਹੈ। ਸੋ ਇਸੇ ਤਰ੍ਹਾਂ ਜਦ ਬ੍ਰਹਮਾ ਪਾਰ ਬ੍ਰਹਮ ਦੇ ਹੁਕਮ ਵਿੱਚ ਸੰਸਾਰ ਦੇ ਜੀਵਾਂ ਦੀ ਘਾੜਤ ਘੜਦਾ, ਸਰੀਰਾਂ ਦੀ ਬਣਾਵਟ ਬਣਾਉਂਦਾ, ਤਾਂ ਪਾਰ ਬ੍ਰਹਮ ਵਾਹਿਗੁਰੂ ਦੀ ਪ੍ਰੇਰਨਾ ਨਾਲ ਗਿਆਨ ਪ੍ਰਕਾਸ਼ ਸਰਸਵਤੀ ਮਾਈ, ਇਹ ਦੇਵੀ, ਇਹ ਸ਼ਕਤੀ ਜੀਵਾਂ ਦੇ ਮੱਥੇ ਉੱਤੇ ਅੱਖਰਾਂ ਰਾਹੀਂ ਉਹਨਾਂ ਦੇ ਕਰਮਾਂ ਦੇ ਲੇਖ ਲਿਖਦੀ ਹੈ। ਜਦ ਵਿਸ਼ਨੂੰ ਪਾਰ ਬ੍ਰਹਮ ਦੇ ਹੁਕਮ ਵਿੱਚ ਜੀਵਾਂ ਨੂੰ ਰਿਜ਼ਕ ਦਿੰਦਾ, ਭਾਵ ਖਾਣ ਪੀਣ ਦੀਆਂ ਵਸਤੂਆਂ ਮੁਹੱਈਆ ਕਰਦਾ ਹੈ ਅਤੇ ਸੰਭਾਲ ਕਰਦਾ ਹੈ, ਤਾਂ ਦਿਵਿਆ ਗੁਣੀ ਲਕਸ਼ਮੀ ਮਾਈ ਉਹਨਾਂ ਨੂੰ ਧਨ ਪਦਾਰਥਾਂ ਅਤੇ ਸੋਨੇ ਵਰਗੀਆਂ ਵਸਤੂਆਂ ਪ੍ਰਦਾਨ ਕਰਦੀ ਹੈ ਅਤੇ ਸੁਖੀ ਕਰਦੀ ਹੈ। ਜਦ ਸ਼ਿਵਜੀ ਪਾਰ ਬ੍ਰਹਮ ਦੇ ਹੁਕਮ ਵਿੱਚ ਪੁਰਾਣੇ ਅਤੇ ਬਿਰਧ ਸਰੀਰਾਂ ਦੀ ਸੰਘਾਰਤਾ ਕਰਦਾ ਹੈ, ਮਤਲਬ ਬਿਰਧ ਸਰੀਰਾਂ ਨੂੰ ਮਾਰਦਾ ਹੈ, ਭਾਵ ਸਰੀਰਾਂ ਦਾ ਅੰਤ ਕਰਦਾ ਹੈ, ਤਾਂ ਪਿਆਰ ਦੀ ਮੂਰਤੀ ਦੇਵੀ ਪਾਰਬਤੀ ਸਰੀਰ ਵਿੱਚੋਂ ਪ੍ਰਾਣ ਨਿਕਲਣ ਸਮੇਂ ਤਕਲੀਫ ਨਹੀਂ ਹੋਣ ਦਿੰਦੀ। ਇਸ ਤਰ੍ਹਾਂ ਹੁਣ ਇਸ ਤਰ੍ਹਾਂ ਇਹ ਹੋ ਗਈ, ਇਹਨੂੰ ਬੋਲਦੇ ਹਾਂ ਆਪਾਂ ਭਾਵ ਅਰਥ, ਵੀ ਉਦਾਹਰਣ ਦੇ ਕੇ, ਪ੍ਰਮਾਣ ਦੇ ਕੇ ਸਮਝਾਉਣਾ। ਸੋ ਉਹ ਹੈਗੀ ਸੀ ਅੰਤਰੀਵ ਅਰਥ, ਵੀ ਉਹ ਆਤਮਿਕ ਗਿਆਨ ਦੇ ਨਾਲ ਅਰਥ ਸੰਬੰਧਿਤ ਵਿਚਾਰ। ਇਹ ਈਜ਼ੀਲੀ ਸਮਝਣ ਵਾਸਤੇ, ਬਹੁਤ ਚੰਗੀ ਤਰ੍ਹਾਂ ਸਮਝਾਉਣ ਵਾਸਤੇ ਫਿਰ ਭਾਵ ਅਰਥ ਕੀਤੇ ਜਾਂਦੇ। ਸੋ ਇਸ ਤਰ੍ਹਾਂ ਸਮਝਾਇਆ ਵਿਦਵਾਨ ਪੁਰਸ਼ਾਂ ਨੇ। ਪਰ ਇਹਨਾਂ ਤਿੰਨਾਂ ਦੇਵਤਿਆਂ ਅਤੇ ਤਿੰਨਾਂ ਮਾਈਆਂ ਤੋਂ ਪਾਰ ਬ੍ਰਹਮ ਸਭ ਤੋਂ ਉੱਪਰ ਹੈ। ਇਹਨਾਂ ਤਿੰਨਾਂ ਦੇਵਤਿਆਂ ਅਤੇ ਦੇਵੀਆਂ ਤੋਂ ਪਾਰ ਬ੍ਰਹਮ ਪਰਮੇਸ਼ਰ ਸਭ ਤੋਂ ਉੱਪਰ ਹੈ, ਜੋ ਗੁਰੂ ਰੂਪ ਹੈ। ਇਹਨਾਂ ਦਾ ਵੀ ਗੁਰੂ ਹੈ, ਸਾਡਾ ਵੀ ਗੁਰੂ ਹੈ, ਸਭ ਜੀਵਾਂ ਦਾ ਗੁਰੂ ਹੈ ਵਾਹਿਗੁਰੂ ਪਰਮੇਸ਼ਰ। ਸੋ ਇਸ ਤਰ੍ਹਾਂ ਅਗਲੀ ਪੰਗਤੀ, ਜਿਹੋ ਜਾਣਾ ਆਖਾ ਨਾਹੀ, ਕਹਿਣਾ ਕਥਨ ਨ ਜਾਈ। ਇਸ ਪੰਗਤੀ ਦੇ ਵਿੱਚ ਦੋ ਵਿਸ਼ਰਾਮ ਹੈ। ਜਿਹੋ ਜਾਣਾ ਵਿਸ਼ਰਾਮ, ਆਖਾ ਨਾਹੀ ਵਿਸ਼ਰਾਮ, ਕਹਿਣਾ ਕਥਨ ਨ ਜਾਈ। ਸੋ ਇਹਦਾ ਜਿਹੜਾ ਵਿਸ਼ਰਾਮ ਤਕਰੀਬਨ ਸਹੀ ਹੁੰਦਾ, ਸਾਰੇ ਸਹੀ ਕਰਦੇ ਆ, ਉਚਾਰਨ ਵੀ ਸਹੀ ਹੁੰਦਾ। ਸੋ ਇਸ ਪੰਗਤੀ ਦਾ ਅਰਥ ਹੈ, ਭਾਵੇਂ ਮੈਂ ਜਾਣਦਾ ਹਾਂ, ਜਿਹੋ ਜਾਣਾ, ਭਾਵੇਂ ਮੈਂ ਜਾਣਦਾ ਹਾਂ, ਪਰ ਬਚਨਾਂ ਰਾਹੀਂ ਆਖ ਨਹੀਂ ਸਕਦਾ, ਆਖਾ ਨਾਹੀਂ। ਜਿਹੋ ਜਾਣਾ ਆਖਾ ਨਾਹੀਂ, ਪਰ ਮੈਂ ਬਚਨਾਂ ਰਾਹੀਂ ਆਖ ਨਹੀਂ ਸਕਦਾ, ਕਿਉਂਕਿ ਉਸ ਨੂੰ ਵਿਖਿਆਨ ਕਰਕੇ ਆਖਿਆ ਨਹੀਂ ਜਾ ਸਕਦਾ। ਕਹਿਣਾ ਕਥਨ ਨਾ ਜਾਈ, ਮਤਲਬ ਉਸ ਨੂੰ ਵਿਆਖਿਆ ਕਰਕੇ, ਵਿਖਿਆਨ ਕਰਕੇ ਆਖਿਆ ਨਹੀਂ ਜਾ ਸਕਦਾ। ਇਸ ਤਰ੍ਹਾਂ ਇਹਦਾ ਅਰਥ ਬਣਦਾ ਵੀ ਭਾਵੇਂ ਮੈਂ ਸਭ ਕੁਝ ਜਾਣਦਾ, ਪਰ ਬਚਨਾਂ ਰਾਹੀਂ ਆਖ ਨਹੀਂ ਸਕਦਾ, ਕਿਉਂਕਿ ਉਸ ਨੂੰ ਵਿਖਿਆਨ ਕਰਕੇ ਆਖਿਆ ਨਹੀਂ ਜਾ ਸਕਦਾ। ਜਿਹੋ ਜਾਣਾ ਆਖਾ ਨਾਹੀਂ, ਕਹਿਣਾ ਕਥਨ ਨਾ ਜਾਏ। ਸੋ ਅਗਲੀ ਪੰਗਤੀ, ਗੁਰਾ ਇੱਕ ਦੇਹ ਬੁਝਾਈ। ਇਹ ਪੰਗਤੀ ਛੋਟੀ ਜਿਹੀ ਹੈ, ਇਹਦੇ ਵਿੱਚ ਇੱਕ ਵਿਸ਼ਰਾਮ ਹੈ, ਗੁਰਾ 'ਤੇ ਰੁਕਣਾ ਆਪਾਂ। ਗੁਰਾ ਇੱਕ ਦੇਹ ਬੁਝਾਈ, ਠੀਕ ਹੈ। ਸੋ ਇਹਦਾ ਜਿਹੜਾ
ਉਚਾਰਨ ਵੀ ਕਦੇ ਕਦੇ ਅਸੀਂ ਇਕੱਠੇ ਹੀ ਬੋਲ ਦਿੰਦੇ, ਗੁਰਾਂ ਇੱਕ ਦੇਹ ਬੁਝਾਈ, ਅਤੇ ਇਸ ਤਰ੍ਹਾਂ ਹੀ ਕਰਦੇ ਨੇ, ਵਿਸ਼ਰਾਮ ਨਹੀਂ ਲਾਉਂਦੇ। ਤੋ ਇਹਦਾ ਉਚਾਰਨ ਵੀ ਗਲਤ ਕਰਦੇ ਹਾਂ। ਇਸ ਤਰ੍ਹਾਂ ਹੀ ਸੁਣਿਆ ਕਈਆਂ ਨੂੰ, ਬਹੁਤ ਸਾਰੇ ਇੱਦਾਂ ਹੀ ਪੜ੍ਹਦੇ, ਗੁਰਾਂ ਇੱਕ ਦੇਹ ਬੁਝਾਈ। ਜੇ ਵਿਸ਼ਰਾਮ ਵੀ ਲਾਉਣਗੇ ਤਾਂ ਕਹਿਣਗੇ ਗੁਰਾਂ ਇੱਕ ਦੇਹ ਬੁਝਾਈ। ਨਹੀਂ, ਗੁਰਾਂ ਨਹੀਂ ਕਹਿਣਾ। ਗੁਰਾਂ ਜਦੋਂ ਕੰਨੇ ਨੂੰ ਬਿੰਦੀ ਲੱਗੀ ਨਹੀਂ ਤਾਂ ਅਸੀਂ ਆਪਦੇ ਕੋਲੋਂ ਕਿਵੇਂ ਲਾ ਲਾਂਗੇ? ਹਾਂ, ਗੁਰਾਂ, ਹੇ ਗੁਰੂ ਜੀ, ਮੇਰੇ ਗੁਰੂ ਨੇ। ਸੋ ਅਰਥ ਭਾਵੇਂ ਗੁਰਾਂ ਹੀ ਬਣਦਾ ਹੈ, ਪਰ ਜਦੋਂ ਬਿੰਦੀ ਲੱਗੀ ਨਹੀਂ ਤਾਂ ਫਿਰ ਅਸੀਂ ਬਿੰਦੀ ਲਾਵਾਂਗੇ ਕਿਵੇਂ? ਹੈ ਨਾ, ਕਈ ਥਾਵਾਂ 'ਤੇ ਅਸੀਂ ਆਪਣੇ ਆਪ ਹੀ ਬਿੰਦੀਆਂ ਲਾਈ ਜਾਂਦੇ। ਨਹੀਂ, ਗੁਰਬਾਣੀ 'ਚ ਜਿੱਥੇ ਜਿੱਥੇ ਜ਼ਰੂਰਤ ਹੈ ਉੱਥੇ ਬਿੰਦੀਆਂ ਲਾਈਆਂ ਹੈ ਗੁਰੂ ਸਾਹਿਬ ਜੀ ਨੇ। ਕਰ ਸਾਂਤ ਸੁਖ ਮਨ ਆਏ ਵਸਿਆ, ਹੈ ਨਾ, ਸਾਂਤ 'ਤੇ ਬਿੰਦੀ ਲੱਗੀ ਹੈ ਆਨੰਦ ਸਾਹਿਬ ਦੇ ਵਿੱਚ। ਅਸੀਂ ਵਧਾਈਆਂ 'ਤੇ ਵੀ ਬਿੰਦੀ ਲਾ ਦਿੰਦੇ ਹਾਂ, ਵਡਿਆਈਆਂ 'ਤੇ ਵੀ ਬਿੰਦੀ ਲਾ ਦਿੰਦੇ ਹਾਂ ਆਨੰਦ ਸਾਹਿਬ 'ਚ ਆਪਦੇ ਕੋਲ ਹੀ। ਪਰ ਜੇ ਹੁਣ ਗੁਰੂ ਜੀ ਨੇ ਸਾਂਤ 'ਤੇ ਬਿੰਦੀ ਲਾਤੀ ਹੈ ਅਤੇ ਵਡਿਆਈਆਂ 'ਤੇ ਨਹੀਂ ਲਾ ਸਕਦੇ ਸੀ ਉਹ, ਪਰ ਲਾਈ ਨਹੀਂ ਤਾਂ ਸਿਰ ਬੋਲਣੀ ਵੀ ਨਹੀਂ। ਫਿਰ ਇੱਦਾਂ ਅਸਾਵਰੀ ਦੇ ਵਿੱਚ ਗੋਬਿੰਦ ਗੋਬਿੰਦ ਕਰ ਹਾਂ, ਹਰ ਸੋ ਧਿਆਨ ਧਰ ਹਾਂ, ਉਹ ਕਿੱਡਾ ਵੱਡਾ ਸ਼ਬਦ ਆ। ਉੱਥੇ ਸਾਰੀਆਂ ਥਾਵਾਂ 'ਤੇ ਬਿੰਦੀਆਂ ਲਾਈਆਂ ਗੁਰੂ ਜੀ ਨੇ। ਹਾਂ, ਉੱਥੇ ਤਾਂ ਲਾਈਆਂ, ਫਿਰ ਬੋਲਾਂਗੇ ਅਸੀਂ। ਅਤੇ ਜਿੱਥੇ ਨਹੀਂ ਲੱਗੀਆਂ ਹੁੰਦੀਆਂ ਉੱਥੇ ਅਸੀਂ ਆਪਦੇ ਕੋਲ ਹੀ ਲਾ ਦਿੰਦੇ ਹਾਂ। ਨਹੀਂ, ਰੋਂਗ ਹੈ ਇਹ। ਗੁਰੂ ਦੇ ਬਚਨ ਮੰਨਣ ਵਾਲੀ ਗੱਲ ਨਹੀਂ ਹੈ, ਆਪਦਾ ਗਿਆਨ ਖਿਲਾਰਨ ਵਾਲੀ ਗੱਲ ਹੈ ਭਾਈ। ਸੋ ਇਸ ਤਰ੍ਹਾਂ ਬੋਲਣਾ ਸੀ, ਗੁਰਾਂ ਇੱਕ ਦੇਹ ਬੁਝਾਈ। ਇਸ ਦਾ ਅਰਥ ਹੈ ਮੇਰੇ ਗੁਰੂ ਜੀ ਨੇ ਮੈਨੂੰ ਇੱਕ ਗੱਲ ਸਮਝਾ ਦਿੱਤੀ ਹੈ। ਕਿਹੜੀ ਗੱਲ ਸਮਝਾਈ ਹੈ? ਅਗਲੀ ਪੰਗਤੀ ਵਿੱਚ, ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਇਹ ਜਿਹੜੀ ਪੰਗਤੀ ਹੈ ਇਹਦੇ ਵਿੱਚ ਇੱਕੋ ਹੀ ਵਿਸ਼ਰਾਮ ਹੈ। ਸਭਨਾ ਜੀਆ ਕਾ ਇੱਕ ਦਾਤਾ ਵਿਸ਼ਰਾਮ, ਸੋ ਮੈਂ ਵਿਸਰ ਨਾ ਜਾਈ। ਇਸ ਤਰ੍ਹਾਂ। ਸੋ ਇਹ ਤਕਰੀਬਨ ਇਹਦਾ ਜਿਹੜਾ ਵਿਸ਼ਰਾਮ ਤਾਂ ਸਾਰੇ ਠੀਕ ਹੀ ਲਾਉਂਦੇ ਆ, ਪਰ ਉਚਾਰਨ ਕਈ ਵਾਰੀ ਗਲਤ ਹੋ ਜਾਂਦਾ। ਅਸੀਂ ਬੋਲਦੇ ਜੀਆਂ, ਸਭਨਾ ਜੀਆਂ ਕਾ ਇੱਕ ਦਾਤਾ। ਨਹੀਂ, ਜੀਆ ਹੀ ਬੋਲੋ, ਭਾਵੇਂ ਅਰਥ ਜੀਆਂ ਹੀ ਬਣਦਾ। ਇੱਕ ਜੀਵ ਅਤੇ ਜੀਆਂ ਬਹੁਤ ਸਾਰੇ ਜੀਵ ਹੁੰਦੇ ਆ। ਜੀਆਂ ਜਦੋਂ ਬੋਲਾਂਗੇ, ਜੀਆ ਬੋਲਾਂਗੇ, ਇਹਦਾ ਅਰਥ ਬਣੂ ਬਹੁਤ ਸਾਰੇ ਜੀਵ। ਪਰ ਬਿੰਦੀ ਲਾ ਕੇ ਨਹੀਂ ਬੋਲ ਸਕਦੇ ਨਾ ਅਸੀਂ, ਕਿਉਂਕਿ ਲਿਖੀ ਨਹੀਂ ਹੈ। ਜੀਆ ਬੋਲਾਂਗੇ, ਸਭਨਾ ਜੀਆ ਕਾ ਇੱਕ ਦਾਤਾ। ਦੇਖੋ, ਤੁਸੀਂ ਬੋਲਣ ਦਾ ਤਰੀਕਾ ਹੁੰਦਾ ਹੈ। ਜੇ ਉਹਨੂੰ ਜੀ ਆ ਕਰਕੇ ਬੋਲਾਂਗੇ ਤਾਂ ਬਿਲਕੁਲ ਹੀ ਡਿਫਰੈਂਟ, ਇੱਕ ਅਜੀਬ ਜਿਹਾ ਵਰਡ ਬਣੂਗਾ ਨਾ। ਪੋਲਾ ਜਿਹਾ ਬੋਲੋ ਅਤੇ ਆਪੇ ਜੀਆਂ ਅਤੇ ਜੀਆ ਦੇ ਵਿੱਚ ਤੁਹਾਨੂੰ ਕੋਈ ਫਰਕ ਨਹੀਂ ਲੱਗੂਗਾ। ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਇਸ ਦਾ ਅਰਥ ਹੈ ਕਿ ਸੰਸਾਰ ਦੇ ਸਾਰੇ ਜੀਵਾਂ ਵਿੱਚ ਇੱਕ ਹੀ ਮਾਲਕ ਜਾਂ ਸੁਆਮੀ ਹੈ, ਅਤੇ ਤੇਰਾ ਵੀ ਉਹੀ ਸੁਆਮੀ ਹੈ। ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਸਾਰਿਆਂ ਜੀਆਂ ਦੇ ਅੰਦਰ ਇੱਕ ਮਾਲਕ ਜਾਂ ਸੁਆਮੀ ਹੈ। ਹੇ ਭਾਈ, ਤੇਰਾ ਵੀ ਉਹੀ ਸੁਆਮੀ ਅਤੇ ਮਾਲਕ ਹੈ। ਇਸ ਕਰਕੇ ਉਹ ਤੈਨੂੰ ਕਦੇ ਵੀ ਵਿਸਰਨਾ ਨਹੀਂ ਚਾਹੀਦਾ। ਮੈਂ ਦਾ ਸ਼ਬਦ ਕਰਾਂਗੇ, ਫਿਰ ਅਸੀਂ ਆਪਣੇ ਆਪ 'ਤੇ ਲੈ ਲਾਂਗੇ। ਇੱਕ ਹੁੰਦਾ ਉਪਦੇਸ਼ਕ ਵਾਚ, ਹੈ ਨਾ, ਸਾਹਮਣੇ ਵਾਲੇ ਨੂੰ ਸਮਝਾਉਣਾ। ਇੱਕ ਹੁੰਦਾ ਮਨਵਾਚਕ ਸ਼ਬਦ, ਆਪਣੇ ਆਪ ਨੂੰ ਸਮਝਾਉਣਾ। ਜਦੋਂ ਅਸੀਂ ਦੂਸਰੇ ਨੂੰ ਸਮਝਾਉਣ ਵਾਸਤੇ ਕਹਾਂਗੇ, ਉਦੋਂ ਕਹਾਂਗੇ ਭਾਈ ਤੇਰਾ ਵੀ ਉਹੀ ਸੁਆਮੀ ਹੈ। ਜਦੋਂ ਮੈਂ ਆਪਦੇ ਮਨ ਨੂੰ ਸਮਝਾਉਣ ਵਾਸਤੇ ਕਹਾਂਗਾ ਤਾਂ ਕਹਾਂਗਾ ਮੇਰਾ ਵੀ ਉਹੀ ਸੁਆਮੀ ਹੈ। ਸੋ ਇਸ ਕਰਕੇ ਮੈਨੂੰ ਉਹ ਕਦੇ ਭੁੱਲਣਾ ਨਹੀਂ ਚਾਹੀਦਾ। ਜਦੋਂ ਸਾਹਮਣੇ ਵਾਲੇ ਨੂੰ ਉਪਦੇਸ਼ਕ ਵਾਚ ਕਰਾਂਗੇ, ਉਦੋਂ ਕਹਾਂਗੇ ਭਾਈ ਤੇਰਾ ਵੀ ਉਹੀ ਸੁਆਮੀ ਜੋ ਸਾਰਿਆਂ ਦਾ, ਅਤੇ ਤੈਨੂੰ ਉਹ ਕਦੇ ਭੁੱਲਣਾ ਨਹੀਂ ਚਾਹੀਦਾ। ਇਹ ਦੋਵਾਂ ਤਰੀਕਿਆਂ ਦੇ ਨਾਲ ਅਸੀਂ ਇਸ ਪੰਗਤੀ ਦੇ ਅਰਥ ਕਰ ਸਕਦੇ ਹਾਂ। ਆਪਣੇ ਆਪ ਨੂੰ ਸਮਝਾਉਣ ਵਾਸਤੇ ਮੈਂ ਵਰਤਾਂਗੇ, ਅਤੇ ਫਿਰ ਜਦੋਂ ਅਸੀਂ ਸਾਹਮਣੇ ਵਾਲੇ ਨੂੰ ਸਮਝਾਵਾਂਗੇ ਉਵੇਂ, ਉਦੋਂ ਅਸੀਂ ਕਹਾਂਗੇ ਭਾਈ ਤੇਰਾ ਵੀ ਉਹੀ ਸੁਆਮੀ ਹੈ, ਤੈਨੂੰ ਭੁੱਲਣਾ ਨਹੀਂ ਚਾਹੀਦਾ, ਹੈ ਨਾ। ਉਹ ਤੈਨੂੰ ਸ਼ਬਦ ਆ, ਉਹਦੇ ਵਾਸਤੇ ਮੈਂ ਬਣ ਜੂਗਾ, ਹੈ ਨਾ। ਸੋ ਇਸ ਤਰ੍ਹਾਂ ਇਹ ਜਪਜੀ ਸਾਹਿਬ ਜੀ ਦੀਆਂ ਅੱਜ ਆਪਾਂ ਪੰਜਵੀਂ ਪੌੜੀ ਦੇ ਅਰਥ ਸਰਵਣ ਕੀਤੇ ਆ। ਅੱਜ ਆਪਾਂ ਪੰਜਵੀਂ ਪੌੜੀ ਦੇ ਅਰਥ ਵਿਸ਼ਰਾਮ
ਤੇ ਪ੍ਰਮਾਣ ਸਰਵਣ ਕੀਤੇ ਹੈ। ਇਹਦਾ ਸਹੀ ਉਚਾਰਨ ਵੀ ਸੁਣਿਆ, ਸਿੱਖਿਆ ਆਪਾਂ, ਉਹਦੇ ਅਰਥ ਵੀ ਸਿੱਖੇ ਹਨ, ਉਸ ਦੇ ਵਿਸ਼ਰਾਮ ਵੀ ਸਿੱਖੇ ਹਨ ਵੀ ਕਿੱਥੇ ਕਿੱਥੇ ਰੁਕਣਾ, ਕਿੱਥੇ ਨਹੀਂ ਰੁਕਣਾ। ਸੋ ਇਸ ਤਰ੍ਹਾਂ ਉਹਦੇ ਥੋੜ੍ਹੇ ਜਿਹੇ ਐਗਜ਼ਾਮਪਲ ਵੀ ਲਏ ਆਪਾਂ ਸ਼ਾਸਤਰਾਂ ਦੇ, ਵੇਦਾਂ ਦੇ ਜਾਂ ਧਾਰਮਿਕ, ਪ੍ਰਾਚੀਨ ਧਾਰਮਿਕ ਗ੍ਰੰਥਾਂ ਦੇ ਮੁਤਾਬਕ। ਸੋ ਇਸ ਤਰ੍ਹਾਂ 5 ਪੌੜੀਆਂ ਦੇ ਅਰਥ ਕੰਪਲੀਟ ਹੈ। ਅੱਜ ਫਿਰ ਇਸ ਤੋਂ ਅੱਗੇ ਆਪਾਂ 6ਵੀਂ ਪੌੜੀ ਦੇ ਅਰਥ ਸਰਵਣ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।